सर्ब कला समरथ। डोलन ते राखो प्रभु, नानक दे कर हथ। धन वाहिगुरु साहिब जीओ। सतगुर पारस परसें कंचन करे मनूर मलिना। सतगुर पारस परसें कंचन करे मनूर मलिना। सतगुर बावन चंदनो, सतगुर बावन चंदनो। बास सुबास करी लखीना। सतगुर पूरा पार जात, सिमल सफल करे संग लीना। मान सरोवर सतगुरु, कागो हंस जलहो दुध पीना। गुर तीरथ दरियाओ है, पशु परेत करे परवीणा। सतगुर बंदी छोड़ है, जीवन मुक्त करे ओडीना। सतगुर बंदी छोड़ है, जीवन मुक्त करे ओडीना। गुरमुख मन अपतीज पतीना। गुरमुख मन अपतीज पतीना। शब्द गुरु साहिब श्री गुरु ग्रंथ साहिब महाराज सच्चे पातशाह जी दी पावन ते पवित्र हजूरी दे विच जुड़ मिल बैठे गुरु प्यारिओ, आप सारे ही सत्कारयोग हों। गुरु पातशाह जी दे चरनां दा प्यार आप जी नूं बख्शिश होया है। आओ गुरबाणी विचार करन दा जतन करिए। बाणी दी विचार शुरू करन तो पहलां आपस विच गुरफतेह दी सांझ पाउणी। सब ने बोलना जी आखिओ वाहिगुरू जी का खालसा वाहिगुरू जी की फतेह। रोजाना दी जो लड़ीवार अपनी विचार है वो आपां निरंतर करते आ रहे हाँ। तकरीबन 2009 तो लेके अज तक पढ़दे आपां 778 नंबर अंग गुरु ग्रंथ साहिब महाराज जी की पावन बाणी तक पहुँच गए। इउं कह लो कि गुरु ग्रंथ साहिब महाराज जी की पावन बाणी की विचार 2009 तो लेके तकरीबन 11-12 सालों के विच आपां अद्धी कीती आ ते अद्धी विचार अपनी, अद्धी गुरु ग्रंथ साहिब जी की पावन बाणी अपनी अजे बाकी पई आ। गुरु कृपा करे सारिਆਂ ਦਾ प्यार अथवाक
मेल ਬਣਿਆ ਰਵੇ ਤੇ ਬਾਣੀ ਦੀ ਵਿਚਾਰ ਆਪਾਂ ਨਿਰੰਤਰ ਕਰਦੇ ਰਹੀਏ। ਇਹ ਅਰਦਾਸ ਗੁਰੂ ਚਰਨਾਂ ਵਿੱਚ ਹੈ। ਸੋ ਅੱਜ ਸੰਗਤ ਦੀ ਵਿਚਾਰ ਸੀ ਕਿ ਬੰਦੀ ਛੋੜ ਜੋ ਦਿਹਾੜਾ ਹੈ ਉਹਦੇ ਸੰਬੰਧ ਵਿੱਚ ਵਿਚਾਰ ਕੀਤੀ ਜਾਵੇ ਤੇ ਗੁਰੂ ਤੋਂ ਆਪਾਂ ਪੁੱਛਾਂਗੇ ਕਿ ਗੁਰਬਾਣੀ ਗੁਰਮਤ ਦਾ ਜੋ ਸਾਡੀ ਜ਼ਿੰਦਗੀ ਦੇ ਵਿੱਚ ਫਲਸਫਾ ਹੈ ਉਹ ਬੰਦੀ ਛੋੜ ਨੂੰ ਕਿਹੜੀ ਨਜ਼ਰ ਦੇ ਨਾਲ ਵੇਖਦਾ ਹੈ। ਭਾਈ ਗੁਰਦਾਸ ਵਰਗੇ ਮਹਾਨ ਵਿਦਵਾਨ ਸਾਡੀ ਕੌਮ ਦੇ ਅਨਮੋਲ ਹੀਰੇ ਨੇ। ਉਹਨਾਂ ਹੀਰਿਆਂ ਨੂੰ ਆਪਾਂ ਉਹਨਾਂ ਦੀਆਂ ਪਾਵਨ ਵਿਚਾਰਾਂ ਦੇ ਵਿੱਚੋਂ ਪੁੱਛਣ ਦਾ ਯਤਨ ਕਰਾਂਗੇ। ਗੁਰੂ ਕਿਰਪਾ ਕਰੇ, ਮੇਰਾ ਮਾਲਕ ਸਾਨੂੰ ਸੁਮਤ ਬਖਸ਼ੇ। ਸੋ ਵਿਚਾਰ ਬੰਦੀ ਛੋੜ ਜੋ ਸ਼ਬਦ ਹੈ, ਲਫ਼ਜ਼ ਹੈ, ਇਹਦੇ ਸੰਬੰਧ ਵਿੱਚ ਭਾਈ ਗੁਰਦਾਸ ਨੇ ਵੀ ਲਿਖਿਆ ਕਿ ਮੇਰਾ ਸਤਿਗੁਰ ਆ ਨਾ ਜਿਹੜਾ, ਇਹ ਬੰਦੀ ਛੋੜ ਆ। ਮੇਰਾ ਸਤਿਗੁਰ, ਮੇਰਾ ਮਾਲਕ, ਇਹ ਕੌਣ ਹੈ? ਬੰਦੀ ਛੋੜ ਹੈ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਣਾ। ਤੇ ਇਸ ਦਿਨ ਤੇ ਸ਼ਬਦ ਦੀ ਵਿਚਾਰ, ਸ਼ਬਦ ਦੇ ਅਲਾਪ ਬੜੇ ਕੀਤੇ ਜਾਂਦੇ ਨੇ, ਬੜਾ ਗਹਿਣ ਕੀਤਾ ਜਾਂਦਾ। ਰਾਗੀ, ਕਥਾਵਾਚਕ, ਢਾਡੀ ਵੀਰਾਂ ਵੱਲੋਂ। ਸੋ ਸਾਡੀ ਜ਼ਿੰਦਗੀ ਦੇ ਵਿੱਚ ਨਾ ਇੱਕ ਪਰਮਾਤਮਾ ਨੇ ਅਜਿਹਾ ਨਿਯਮ ਦਿੱਤਾ, ਗੁਰਮਤ ਦੀ ਜਦੋਂ ਆਪਾਂ ਐਨਕ ਰਾਹੀਂ ਵੇਖਦੇ ਹਾਂ ਨਾ, ਸਾਨੂੰ ਦੋ ਦਾਤਾਂ ਬਖਸ਼ਿਸ਼ ਕੀਤੀਆਂ ਪਰਮਾਤਮਾ ਨੇ ਹਰ ਇੱਕ ਜੀਵ ਨੂੰ। ਉਹ ਕਿਹੜੀਆਂ ਕਿਹੜੀਆਂ ਦਾਤਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਮੁੱਢਲੇ ਕਰਮ ਨੂੰ ਦਰਸਾਉਂਦੀਆਂ ਨੇ, ਦਿਖਾਉਂਦੀਆਂ ਨੇ। ਇੱਕ ਹੈ ਅਮਾਨ ਤੇ ਦੂਜਾ ਹੈ ਗੁਜਰਾਨ। ਗੁਜਰਾਨ ਤੋਂ ਭਾਵ ਰੋਜੀ, ਰੋਜੀ ਤੋਂ ਭਾਵ ਕਿਰਤ ਵੀ ਆ ਤੇ ਰੋਜੀ ਤੋਂ ਭਾਵ ਸਾਡੀ ਰੋਟੀ ਵੀ ਆ, ਸਾਡਾ ਖਾਣਾ, ਜਿਹੋ ਜਿਹਾ ਅਸੀਂ ਖਾਣਾ ਖਾਂਦੇ ਹਾਂ। ਹੁਣ ਇਹ ਤਾਂ ਗੱਲ ਸਪਸ਼ਟ ਆ ਨਾ ਕਿ ਪਰਮਾਤਮਾ ਨੇ ਜੀਵ ਨੂੰ ਧਰਤੀ ਤੋਂ ਤੇ ਭੇਜਣ ਤੋਂ ਪਹਿਲਾਂ ਉਹਦੇ ਖਾਣੇ ਦਾ ਪ੍ਰਬੰਧ ਕੀਤਾ। ਚਲੋ ਪਸ਼ੂਆਂ ਨੂੰ ਨਾ ਪਤਾ ਹੋਵੇ, ਪੰਛੀਆਂ ਨੂੰ ਨਾ ਪਤਾ ਹੋਵੇ, ਗੱਲ ਆਪਾਂ ਜਾਇਜ਼ ਮੰਨ ਲਾਂਗੇ, ਪਰ ਬੰਦੇ ਨੂੰ ਤਾਂ ਇਸ ਗੱਲ ਦਾ ਪਤਾ ਨਾ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਭਰੋਸਾ ਉਹ ਪਰਮਾਤਮਾ 'ਤੇ, ਜਿਹਨੂੰ ਪਤਾ ਉਹਨੂੰ ਭਰੋਸਾ ਨਹੀਂ ਹੈ। ਸਾਨੂੰ ਕੀ ਪਤਾ ਗਾ? ਸਾਨੂੰ ਇਹ ਪਤਾ ਗੁਰਬਾਣੀ ਵੀ ਦੱਸਦੀ ਹੈ ਤੇ ਸਾਡਾ ਜਿਹੜਾ ਦਿਮਾਗ ਆ, ਸਾਡਾ ਮਨ ਆ, ਉਹ ਵੀ ਸਾਨੂੰ ਕਦੇ ਕਦੇ ਉੱਥੇ ਲੈ ਜਾਂਦਾ ਗਾ ਵੀ ਜੀਵ ਨੂੰ ਧਰਤੀ ਦੇ ਤਖਤੇ 'ਤੇ ਭੇਜਣ ਤੋਂ ਪਹਿਲਾਂ ਪਰਮਾਤਮਾ ਨੇ ਉਹਦੇ ਰਿਜ਼ਕ ਦਾ ਪ੍ਰਬੰਧ ਕੀਤਾ, ਉਹਦੀ ਰੋਟੀ ਦਾ ਪ੍ਰਬੰਧ ਕੀਤਾ। ਇਹ ਤਾਂ ਗੱਲ ਸਪਸ਼ਟ ਆ ਵੀ ਰੋਟੀ ਦਾ ਪ੍ਰਬੰਧ ਕਰਨ ਵਾਲਾ ਪਰਮਾਤਮਾ ਆਪ ਆ। ਉਹ ਜੀਵ ਦੀ ਸਮਰੱਥਾ ਮੁਤਾਬਕ ਆ ਕਿਹੋ ਜਿਹੀ ਰੋਟੀ ਆ। ਰੋਜੀ ਦਾ ਪ੍ਰਬੰਧ ਉਹ ਵਾਹਿਗੁਰੂ ਪਰਮੇਸ਼ਰ ਨੇ ਆਪ ਕੀਤਾ। ਆਪਾਂ ਖੁਦ ਸੋਚ ਸਕਦੇ ਹਾਂ, ਘਰ ਦੇ ਵਿੱਚ ਲਾ ਲਓ ਆਪਣੇ ਲਵੇਰੇ ਪਸ਼ੂ ਆ, ਮੱਝਾਂ, ਗਾਵਾਂ, ਬੱਕਰੀਆਂ, ਜੋ ਵੀ ਪਸ਼ੂ ਨੇ, ਦੁਧਾਰੂ ਪਸ਼ੂ ਨੇ, ਜੀਵ ਹਜੇ ਅੱਪੜਿਆ ਨਹੀਂ, ਉਹਦੇ ਦੁੱਧ ਦਾ ਪ੍ਰਬੰਧ ਪਹਿਲਾਂ। ਬਹੁਤੇ ਅਜਿਹੇ ਜੀਵ ਨੇ ਜਿਹੜਿਆਂ ਦੇ ਆਂਡੇ ਦੇ ਛਿਲਕੇ ਵਿੱਚ ਖੁਰਾਕ ਪਾਈ ਆ ਉਹ ਪਰਮਾਤਮਾ ਨੇ। ਜੀਵ ਨੇ ਆਂਡੇ ਦੇ ਛਿਲਕੇ ਨੂੰ ਭਾਵ ਆਪ ਛਕਣਾ, ਜਨਮ ਤੋਂ ਬਾਅਦ ਉਹਦੇ ਖਾਣੇ ਦਾ ਪ੍ਰਬੰਧ ਪਹਿਲਾਂ। ਬਹੁਤੇ ਜੀਵ ਨੇ ਜਿਹੜੇ ਕਿ ਮਿੱਟੀ ਖਾ ਕੇ ਪਲਦੇ ਨੇ, ਭਾਵ ਉਹਨਾਂ ਦਾ ਖਾਣਾ ਮਿੱਟੀ, ਮਿੱਟੀ ਦਾ ਰੂਪ ਉਹ ਪਰਮਾਤਮਾ ਨੇ ਆਪ ਪੈਦਾ ਕੀਤਾ। ਪਰ ਬੰਦੇ ਨੂੰ ਇਸ ਗੱਲ ਦਾ ਪਤਾ ਸੀ। ਬੰਦੇ ਨੇ ਕੀ ਕੀਤਾ? ਬੰਦੇ ਨੇ ਉਹ ਪਰਮਾਤਮਾ 'ਤੇ ਭਰੋਸਾ ਨਾ ਰੱਖਦਿਆਂ ਹੋਇਆਂ ਨਾ
ਕਿਰਤਮ ਨੂੰ ਮੰਨਣ ਦੀ ਬਜਾਏ ਕਿਰਤ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਮਤਲਬ ਕਰਤੇ ਨੂੰ ਪੂਜਣ ਦੀ ਬਜਾਏ ਕਿਰਤ ਨੂੰ ਵੱਡਾ ਮੰਨ ਲਿਆ। ਇਹ ਬੰਦੇ ਦਾ ਅੰਦਰ ਦਾ ਇੱਕ ਬਹੁਤ ਵੱਡਾ ਭੁਲੇਖਾ ਪੈ ਗਿਆ। ਮਤਲਬ ਪਰਮਾਤਮਾ ਨੇ ਸਾਨੂੰ ਨਿਯਮ ਕੀ ਦਿੱਤਾ ਵੀ ਪਹਿਲੋਂ ਦੇ ਤੈਂ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈਂ ਜੰਤ ਉਮਾਹਾ। ਪਹਿਲਾਂ ਉਹ ਪਰਮਾਤਮਾ ਨੇ ਰਿਜ਼ਕ ਭੇਜਿਆ, ਫਿਰ ਜੰਤ ਭੇਜਿਆ, ਜੀਵ ਭੇਜਿਆ। ਰੋਟੀ ਦਾ ਪ੍ਰਬੰਧ ਵਾਹਿਗੁਰੂ ਨੇ ਕੀਤਾ, ਪਰਮੇਸ਼ਰ ਨੇ, ਪਰਮਾਤਮਾ ਨੇ। ਤੇ ਜਿਹੜੀ ਅਮਾਨ ਦੀ ਗੱਲ ਸੀ ਉਹ ਬੰਦੇ ਨੇ ਖੁਦ ਕਮਾਉਣੀ ਸੀ। ਸ਼ਾਇਦ ਇਸੇ ਕਰਕੇ ਸਾਡੀ ਦੁਨੀਆ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੇ ਸੰਸਾਰ ਦੇ ਵਿੱਚ ਨਿਘਾਰ ਆਇਆ ਹੋਇਆ। ਸਾਡੀ ਹਾਲਤ ਆ ਜਿਹੜੀ ਉਹ ਪਤਲੀ ਆ ਵੀ ਜਿਹੜੀ ਗੱਲ ਸਾਡੇ ਪਿਤਾ ਨੇ, ਸਾਡੇ ਬਾਪ ਨੇ, ਸਾਡੇ ਪਰਮਾਤਮਾ ਨੇ, ਪਰਮੇਸ਼ਰ ਨੇ ਕਹੀ ਆ ਵੀ ਤੂੰ ਅਮਾਨ ਕਮਾਉਣਾ ਤੇ ਗੁਜਰਾਨ ਆਪਣੇ ਆਪ ਚੱਲੇਗਾ। ਹੁਣ ਅਮਾਨ ਹੈ ਨਹੀਂ ਤੇ ਸਾਡਾ ਗੁਜਰਾਨ ਵੀ ਖੜ ਗਿਆ। ਮਤਲਬ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਵਾਹਿਗੁਰੂ ਨੇ ਸਾਨੂੰ ਦਾਤ ਬਖਸ਼ਿਸ਼ ਕੀਤੀ ਅਮਾਨ ਵਾਲੀ, ਉਹਨੂੰ ਛੱਡ ਦਿੱਤਾ। ਤੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਰਿਜ਼ਕ ਦੀ ਗੱਲ ਸੀ ਉਹਦੇ ਮੰਗਰ ਪੂਰੀ ਦੁਨੀਆ ਪਏਗੀ। ਹੁਣ ਮੰਨ ਲਓ ਰਿਜ਼ਕ ਨੂੰ ਕਮਾਉਣ ਦੇ ਲਈ, ਰਿਜ਼ਕ ਇਕੱਠਾ ਕਰਨ ਦੇ ਲਈ, ਰਿਜ਼ਕ ਨੂੰ ਇਕੱਤਰ ਕਰਨ ਦੇ ਲਈ ਬੰਦੇ ਨੂੰ ਫਿਰ ਮਾਇਆ ਦੀ ਲੋੜ ਆ। ਤੇ ਮਾਇਆ ਦੀ ਗਲਤਾਨ ਵਿੱਚ ਇੰਨਾ ਫਸ ਗਿਆ। ਤੇ ਜੋ ਦੀਵਾਲੀ ਦਾ ਦਿਨ ਹੈਗਾ, ਦੀਵਾਲੀ ਦਾ ਦੂਜਾ ਰੂਪ ਮਾਇਆ ਦੀ ਪੂਜਾ। ਗੱਲ ਕਿੱਥੇ ਪਹੁੰਚ ਗਈ? ਆਪਾਂ ਬੰਦੀ ਛੋੜ ਤੱਕ ਪਹੁੰਚਣਾ। ਹੁਣ ਬੰਦੀ ਛੋੜ ਦਾ ਜਿਹੜਾ ਸੰਬੰਧ ਹੈਗਾ ਉਹ ਕੇਵਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਨਾਲ ਅਸੀਂ ਮੇਲਿਆ ਗਾ। ਅਸੀਂ ਸਾਡਾ ਇਤਿਹਾਸ ਭਾਈ ਗੁਰਦਾਸ ਦੀਆਂ 12 ਚਲੋ ਸਾਨੂੰ ਇਸ਼ਾਰਾ ਕਰ ਰਹੀਆਂ ਨੇ, ਪਰ ਉਹਦੇ ਵਿੱਚੋਂ ਅਸੀਂ ਸਿੱਖਿਆ ਜਾਂ ਸਮਝ ਕੁਛ ਪ੍ਰਾਪਤ ਨਹੀਂ ਕੀਤੀ। ਵੱਡੇ ਭਾਗਾਂ ਵਾਲੇ ਉਹ ਸੈਂਕੜਿਆਂ ਹਜ਼ਾਰਾਂ ਦੇ ਵਿੱਚੋਂ ਲੋਕ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ। ਜਿਨ੍ਹਾਂ ਨੇ ਨਹੀਂ ਸਮਝਿਆ ਉਹ ਆਪਾਂ ਨੂੰ ਪਤਾ ਅਜੇ ਵੀ ਮਾਇਆ ਦੀ ਪੂਜਾ ਵਿੱਚ ਲੱਗੇ ਹੋਏ ਨੇ। ਇਹ ਦਿਨ ਕੀ ਸੀ? ਮਤਲਬ ਵਪਾਰੀ ਲੋਕ, ਦੁਕਾਨਦਾਰ ਲੋਕ, ਆੜਤੀਏ ਲੋਕ ਆਪਣਾ ਪਿਛਲਾ ਹਿਸਾਬ ਕਿਤਾਬ ਕਲੀਅਰ ਕਰਕੇ ਮੁਕਾ ਕੇ ਨਵੀਆਂ ਵਹੀਆਂ ਵਗੈਰਾ ਲਾ ਲੈਂਦੇ ਸਨ। ਲੇਜ਼ਰ ਬੁੱਕਾਂ ਨਵੀਆਂ ਲਾ ਲੈਂਦੇ ਸਨ। ਮਤਲਬ ਕਹਿਣ ਤੋਂ ਭਾਵ ਇਸ ਦਿਨ ਥੋੜ੍ਹੀ ਜਿਹੀ ਸਾਲ ਬਾਅਦ ਤਬਦੀਲੀ ਆਉਂਦੀ ਸੀ। ਤੇ ਦੂਜੀ ਗੱਲ ਭਾਵ ਇਹ ਮੌਸਮ ਦੇ ਨਾਲ ਜੁੜੀ ਹੋਈ ਇੱਕ ਰੀਤ ਹੈ। ਤੇ ਫਿਰ ਬੰਦੀ ਛੋੜ ਦਿਵਸ ਨਾਲ ਕਿਵੇਂ ਜੁੜ ਗਈ ਇਹ ਵੇਖਣੀ ਆ। ਕਿਉਂਕਿ ਜਿਹਨੇ ਖਰਾਬੀ ਕਰਨੀ ਹੋਵੇ ਨਾ ਉਹਦਾ ਦਿਮਾਗ ਦੂਜਿਆਂ ਨਾਲੋਂ ਜ਼ਿਆਦਾ ਸਾਤਰ ਹੁੰਦਾ ਗਾ। ਜਿਹਨੇ ਗਲਤ ਕੰਮ ਕਰਨਾ ਹੋਵੇ, ਮੰਨ ਲਓ ਇੱਕ ਬੰਦਾ ਉਹ ਆ ਜਿਹੜਾ ਆਪਣੇ ਘਰ ਦੇ ਵਿੱਚ ਬੇਫਿਕਰ ਹੋ ਕੇ ਸੁੱਤਾ ਪਿਆ, ਤੇ ਦੂਜਾ ਬੰਦਾ ਉਹ ਆ ਜਿਹਨੇ ਚੋਰੀ ਕਰਨੀ ਆ। ਤੇ ਚੋਰ ਆ ਜਿਹੜਾ ਉਹ ਸੌਂਦਾ ਵੀ ਨਹੀਂ ਤੇ ਉਹ ਵਿਉਂਤਾਂ ਵੀ ਬਹੁਤ ਜ਼ਿਆਦਾ ਘੜਦਾ ਗਾ। ਬੇਫਿਕਰ ਬੰਦੇ ਨੇ, ਸੁੱਤੇ ਪਏ ਬੰਦੇ ਨੇ ਵੇਖ ਲਿਆ ਵੀ ਜਿੰਦਰੇ ਲੱਗ ਗਏ, ਕੰਧਾਂ ਬੜੀਆਂ ਉੱਚੀਆਂ ਨੇ, ਕਿਸੇ ਪਾਸੇ ਦੀ ਕੋਈ ਵੀ ਦਿੱਕਤ ਨਹੀਂ ਹੈ, ਪਰ ਜਿਹਨੇ ਚੋਰੀ ਕਰਨੀ ਆ ਉਹਨੇ ਪ੍ਰਬੰਧ ਕਰ ਲਿਆ, ਉਹਨੇ ਆਪਣਾ ਹੱਲ ਕੱਢ ਲਿਆ ਭਾਈ। ਜਿਹਨੇ ਹੁਣ ਸਾਡੇ ਇਸ ਅਨਮੋਲ ਖਜ਼ਾਨੇ ਦੇ ਵਿੱਚ ਰਲਾ ਪਾਉਣਾ ਗਾ, ਸਾਡੀ ਮੱਤ ਦੇ ਵਿੱਚ ਕੁਮੱਤ ਨੂੰ ਸਿੱਟਣਾ ਆ ਕੇ, ਤੇ ਉਹ ਬੰਦਾ ਕਿਵੇਂ ਸੌਂ ਸਕਦਾ? ਉਹ ਕਦੇ ਵੀ ਨਹੀਂ ਸੌਵੇਗਾ। ਤੇ ਉਹਨੇ ਸਾਡੇ ਨਾਲ ਇਹ ਗੱਲਾਂ ਮੇਲਤੀਆਂ। ਆਪਾਂ ਨੂੰ ਪਤਾ ਵੀ ਜਦੋਂ ਗੱਲ ਪੁਜਾਰੀ ਦੀ ਆਉਂਦੀ ਹੈ, ਜਦੋਂ ਗੱਲ ਬ੍ਰਾਹਮਣ ਦੀ ਆਉਂਦੀ ਆ, ਤੇ ਬ੍ਰਾਹਮਣ ਪੁਜਾਰੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮੇਂ ਸਮੇਂ 'ਤੇ ਚਾਹੇ ਖੁਸ਼ੀ ਆ ਸਾਡੇ ਘਰ 'ਚ, ਚਾਹੇ ਗਮੀ ਆ, ਇਹਨਾਂ ਨੇ ਕੇਵਲ ਤੇ ਕੇਵਲ ਆਪਣੇ ਖਾਣ ਦਾ ਪ੍ਰਬੰਧ ਹੀ ਕੀਤਾ। ਮਰਗ ਹੋ ਗਈ ਤਾਂ ਵੀ ਪੁਜਾਰੀ ਨੂੰ ਦਿਓ, ਖੁਸ਼ੀ ਆ ਤਾਂ ਵੀ ਪੁਜਾਰੀ ਨੂੰ ਦਿਓ। ਸਾਡੇ ਘਰ ਵਿੱਚ ਕੰਮ ਕਰਨ ਵਾਲਾ ਵਿਅਕਤੀ ਆ ਨਾ, ਉਹ ਕਿੰਨੀ ਕੁ ਔਕਾਂਤ ਰੱਖਦਾ ਆਪਣੀ, ਉਹਦੇ ਵੱਲ ਕਿੰਨਾ ਕੁ ਤੱਕਦੇ ਆਪਾਂ ਨਿਗਾਹ ਮਾਰ ਕੇ ਵੇਖੋ। ਪੁਜਾਰੀ ਇੱਕ ਨੰਬਰ 'ਤੇ ਆ। ਕੋਈ ਘਰ ਵਿੱਚ ਖੁਸ਼ੀ ਗਮੀ ਕੋਈ ਵੀ ਆ, ਉਹਦੇ ਵਿੱਚ ਪੁਜਾਰੀ ਇੱਕ ਨੰਬਰ 'ਤੇ ਆ, ਖਾਣ ਵਿੱਚ ਪਹਿਲੇ ਨੰਬਰ 'ਤੇ ਆਉਂਦਾ। ਜਿਹਨੂੰ ਖਾਣ ਦੇ ਸੰਬੰਧੀ ਗੱਪ ਮਾਰਨ 'ਤੇ, ਰਲਾ ਗੱਡ ਕਰਨ 'ਤੇ ਕੁਛ ਮਿਲਦਾ ਹੋਵੇ, ਫਿਰ ਉਹਨੂੰ ਹਿੰਗ ਫੜਕੜੀ ਲਾਉਣ ਦੀ ਕੀ ਲੋੜ ਹੈ? ਉਹ ਕਦੇ ਵੀ ਇਹ ਕੰਮ ਨਹੀਂ ਕਰੇਗਾ। ਚਲੋ ਆਪਾਂ ਪਹੁੰਚਣਾ ਬੰਦੀ ਛੋੜ। ਸਤਿਗੁਰ ਸਾਡਾ ਬੰਦੀ ਛੋੜ ਹੈ, ਤੇ ਇਹ ਬੰਦੀ ਛੋੜ ਕੇਵਲ
ਗਵਾਲੀਅਰ ਦੇ ਕਿਲੇ ਵਿੱਚੋਂ ਗੁਲਾਮ ਰਾਜੇ ਉਹਨਾਂ ਨੂੰ ਰਿਹਾ ਕਰਵਾ ਕੇ ਹੀ ਬੰਦੀ ਛੋੜ ਬਣ ਗਿਆ? ਨਾ, ਫਿਰ ਤਾਂ ਬੰਦੀ ਛੋੜ ਨਹੀਂ ਕਹਿਣਾ ਸੀ, ਫਿਰ ਆਪਾਂ ਕੀ ਕਹਿਣਾ ਸੀ? ਗਵਾਲੀਅਰ ਛੋੜ ਆ। ਇਹ ਤਾਂ ਕੈਦ ਵਿੱਚੋਂ ਛਡਾਉਣ ਵਾਲਾ ਗੁਰੂ ਆ, ਕੈਦੀ ਛੋੜ ਹੈਗਾ। ਫਿਰ ਤਾਂ ਭਾਈ ਗੁਰਦਾਸ ਵਰਗੇ ਨੇ ਲਿਖਣਾ ਸੀ ਨਾ, ਪਰ ਲਿਖਿਆ ਕੀ ਹੈ? ਬੰਦੀ ਛੋੜ ਲਿਖਿਆ। ਬੰਦੀ ਛੋੜ ਕੇਵਲ ਭਾਈ ਗੁਰਦਾਸ ਵਰਗਿਆਂ ਦੀ ਤੀਖਣ ਬੁੱਧੀ ਨੇ ਛੇਵੇਂ ਪਾਤਸ਼ਾਹ ਵੱਲ ਉਂਗਲ ਕਰਕੇ ਨਹੀਂ, ਉਹਨਾਂ ਨੇ ਗੁਰੂ ਨਾਨਕ ਸਾਹਿਬ ਵੱਲ ਉਂਗਲ ਕਰਕੇ, ਛੇਵੇਂ ਪਾਤਸ਼ਾਹ ਵੱਲ ਹੱਥ ਕਰਕੇ ਸਾਨੂੰ ਸਮਝਾਇਆ। ਸਾਨੂੰ ਉਹਨਾਂ ਨੇ ਗਿਆਨ ਦੀ ਦਾਤ ਦਿੱਤੀ ਆ ਵੀ ਕੇਵਲ ਗੁਰੂ ਨਾ ਇੱਦਾਂ ਦੇ ਬੰਧਨ ਨਹੀਂ ਤੋੜਦਾ ਵੀ ਕੋਈ ਜੇਲ੍ਹ ਦੇ ਵਿੱਚ ਬੈਠਾ ਤੇ ਉਹਨੂੰ ਬਾਹਰ ਕਢਵਾ ਲਿਆ ਤੇ ਸਤਿਗੁਰ ਬੰਦੀ ਛੋੜ ਬਣ ਗਿਆ। ਸਤਿਗੁਰ ਸਾਡੇ ਬੰਧਨ ਤੋੜਦਾ। ਬੰਧਨ ਕਿਹੜੇ ਨੇ ਉਹ ਆਪਾਂ ਸਾਰੇ ਸਮਝਦੇ ਵੀ ਆ, ਜਾਣਦੇ ਵੀ ਆ, ਤੇ ਥੋੜ੍ਹਾ ਜਿਹਾ ਨਾਲ ਆਪਾਂ ਪੁੱਛਾਂਗੇ ਵੀ ਮੇਰੇ ਵਾਹਿਗੁਰੂ ਨੂੰ ਵੀ ਬੰਧਨ ਉਹ ਕਿਹੜੇ ਨੇਗੇ। ਹੁਣ ਬੰਧਨ ਕੀ ਆ? ਈਮਾਨ ਛੱਡ ਦਿੱਤਾ ਤੇ ਗੁਜ਼ਰਾਨ ਦੇ ਪਿੱਛੇ ਬੰਦਾ ਇੰਨਾ ਭੱਜ ਲਿਆ, ਆਪਣੀ ਰੋਟੀ ਦੇ ਪਿੱਛੇ ਬੰਦਾ, ਵਾਹਿਗੁਰੂ ਭਲਾ ਕਰੇ, ਹਰ ਇੱਕ ਦਾ ਹੱਕ ਬਣਦਾ ਭੱਜਣਾ, ਐਸੀ ਗੱਲ ਨਹੀਂ ਵੀ ਨਹੀਂ ਭੱਜਣਾ। ਇੰਨਾ ਕੋ ਭੱਜ ਲਿਆ ਵੀ ਬੰਦੇ ਨੇ 2 ਨੰਬਰ ਦਾ ਧੰਦਾ ਸ਼ੁਰੂ ਕਰ ਦਿੱਤਾ, ਕਿਸੇ ਦਾ ਗਲ ਘੋਟਣਾ ਸ਼ੁਰੂ ਕਰ ਦਿੱਤਾ, ਕਿਸੇ ਦਾ ਹੱਕ ਮਾਰਨਾ ਸ਼ੁਰੂ ਕਰ ਦਿੱਤਾ। ਬੰਦੇ ਨੇ ਇੱਥੋਂ ਤੱਕ ਮਾਇਆ ਦੀ ਦੌੜ ਵਿੱਚ ਆਪਣਾ ਈਮਾਨ ਕਮਾਉਣ ਦੀ ਬਜਾਏ ਈਮਾਨ ਗਵਾ ਲਿਆ। ਹੁਣ ਆਪਾਂ ਗੱਲ ਪਹਿਲਾਂ ਗੁਰੂ ਤੋਂ ਪੁੱਛ ਲਈ ਵੀ ਸਾਨੂੰ 2 ਦਾਤਾਂ ਇਸ ਧਰਤੀ 'ਤੇ ਉਹ ਵਾਹਿਗੁਰੂ ਨੇ ਬਖਸ਼ਿਸ਼ ਕੀਤੀਆਂ, ਈਮਾਨ ਤੇ ਗੁਜ਼ਰਾਨ। ਤੇ ਹੁਣ ਗੁਰੂ ਸਾਹਿਬ ਨੇ ਇੱਥੇ ਇਹ ਨਹੀਂ ਕਿਹਾ ਵੀ ਮਾਇਆ ਨੂੰ ਭੰਡਿਆ ਨਿੰਦਿਆ, ਨਾ, ਉਹਨੂੰ ਤਰੀਕਾ ਦੱਸਿਆ ਵਰਤਣਾ ਕਿਵੇਂ ਆ। ਛੇਵੇਂ ਪਾਤਸ਼ਾਹ ਦਾ ਇੱਕ ਇਤਿਹਾਸਕ ਵਚਨ ਵੀ ਹੈ ਨਾ, ਜੋ ਕਵੀਆਂ ਨੇ ਬੜੇ ਸੋਹਣੇ ਢੰਗ ਦੇ ਨਾਲ ਦਰਜ ਕੀਤਾ ਹੈਗਾ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ ਤੇ ਔਰਤ ਈਮਾਨ। ਹੁਣ ਇਹ ਥੋੜ੍ਹੀ ਕਿਹਾ ਵੀ ਗੁਰੂ ਸਾਹਿਬ ਨੇ ਵੀ ਪੁੱਤਰ ਛੱਡ ਦੇ, ਦੌਲਤ ਛੱਡ ਦੇ, ਔਰਤ ਭਾਵ ਪਤੀ ਪਤਨੀ ਦਾ ਰਿਸ਼ਤਾ ਛੱਡ ਦੇ, ਨਹੀਂ। ਭਾਵ ਸਾਨੂੰ ਤਰੀਕਾ ਦੱਸਿਆ ਵੀ ਤੂੰ ਰਹਿਣਾ ਕਿਵੇਂ ਹੈਗਾ, ਪਰ ਉਹ ਤਰੀਕਾ ਸ਼ਾਇਦ ਸਾਡੀ ਦੁਨੀਆ ਨੇ ਪਿਆਰ ਵਾਲਿਓ ਗੁਰੂ ਤੋਂ ਪੁੱਛ ਕੇ ਸਿੱਖਣ ਦਾ ਯਤਨ ਨਹੀਂ ਕੀਤਾ। ਚਲੋ ਆਪਾਂ ਕੋਸ਼ਿਸ਼ ਕਰਾਂਗੇ ਮੇਰੇ ਮਾਲਕ ਨੂੰ ਪੁੱਛਣ ਦਾ, ਕੋਸ਼ਿਸ਼ ਕਰਾਂਗੇ ਉਦੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਕਮਾਉਣ ਦਾ। ਈਮਾਨ ਅਸੀਂ ਕਮਾਈਏ, ਈਮਾਨ ਦੇ ਨਾਲ ਜੁੜ ਗਏ, ਈਮਾਨ ਦੀ ਦਾਤ ਪ੍ਰਾਪਤ ਕੀਤੀ ਆ ਤੇ ਉਹ ਈਮਾਨ ਦੇ ਵਿੱਚ ਖਰੇ ਉਤਰ ਗਏ ਤੇ ਗੁਰੂ ਨੇ ਸਾਡੇ ਗੁਜ਼ਰਾਨ ਵਿੱਚ ਕਿਸੇ ਤਰ੍ਹਾਂ ਦਾ ਘਾਟਾ ਨਹੀਂ ਪੈਣ ਦੇਣਾ। ਖਾਵੇਂ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ, ਵੱਧ ਤੋਂ ਜਾਈ ਦੀ ਗੱਲ ਕੀਤੀ ਹੈ ਨਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਫਿਰ ਜਦੋਂ ਆਪਾਂ ਗੁਰਮਤਿ ਦੀ ਐਨਕ ਵਿੱਚ ਵੇਖਦੇ ਹਾਂ ਤੇ ਬੰਦਾ ਕੇਵਲ ਗੁਜ਼ਰਾਨ ਪਿੱਛੇ ਪੈ ਗਿਆ, ਤੇ ਗੁਜ਼ਰਾਨ ਪਿੱਛੇ ਪਿਆ ਹੋਇਆ ਬੰਦਾ ਕਰਤੇ ਨੂੰ ਭੁੱਲ ਜਾਂਦਾ ਹੈ ਤੇ ਕਿਰਤ ਨੂੰ ਵੱਡਾ ਮੰਨ ਲੈਂਦਾ, ਆਪਣੀ ਗੁਜ਼ਰਾਨ ਨੂੰ ਵੱਡਾ ਮੰਨ ਲੈਂਦਾ। ਮਤਲਬ ਗੁਰੂ ਦੀ ਪੂਜਾ ਭੁੱਲ ਗਿਆ ਤੇ ਲక్ష్ਮੀ ਦੀ ਪੂਜਾ ਵਿੱਚ ਪੈ ਗਿਆ। ਇਹ ਬੰਦੇ ਦਾ ਸੁਭਾਅ ਬਣ ਗਿਆ। ਅਗਲਾ ਪੁਆਇੰਟ, ਹੁਣ ਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਨੁਕਤਾ ਦਿੱਤਾ ਗਾ ਵੀ ਮੇਰਾ ਵਾਹਿਗੁਰੂ ਨਾ ਹਰ ਜੀਓ ਨੀ ਮਾਣਿਆ ਤੂੰ ਮਾਣ, ਨਚੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਆਪਾਂ ਹੋਣਾ ਤਾਂ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਤੋਂ ਕੁਰਬਾਨ ਸੀ, ਜਾਣਾ ਤਾਂ ਉਹ ਵਾਹਿਗੁਰੂ ਤੋਂ ਬਲਿਹਾਰ ਸੀ, ਜਗਾਉਣਾ ਆਪਾਂ ਆਪਣੇ ਅੰਦਰ ਦਾ ਦੀਵਾ ਸੀ। ਦੀਵਾਲੀ ਦੀ ਰਾਤ, ਇਹ ਵੀ ਭਾਈ ਗੁਰਦਾਸ ਜੀ ਦਾ ਬਚਨ ਆ, ਦੀਵਾਲੀ ਦੀ ਰਾਤ ਦੀਵੇ ਬਾਲੀ ਹਨ। ਹੁਣ ਇਹ ਦਰਬਾਰ ਸਾਹਿਬ ਦੇ ਵਿੱਚ ਵੀ ਕੀਰਤਨ ਹੁੰਦਾ ਨਾ, ਆਪਣੇ ਆਮ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਆਗੇ, ਘਰਾਂ ਦੇ ਵਿੱਚ ਸੁਣਦੇ ਆ ਤੇ ਉੱਥੇ ਵੀ ਕੀਰਤਨ ਹੁੰਦਾ। ਜ਼ਿਆਦਾਤਰ ਇਸ ਦਿਨ ਇਹ ਸ਼ਬਦ ਦੀ ਵਰਤੋਂ ਬਹੁਤ ਕੀਤੀ ਜਾਂਦੀ ਆ, ਵਾਹਿਗੁਰੂ ਭਲਾ ਕਰੇ। ਤੇ ਹੁਣ ਜਦੋਂ ਇਹ ਸ਼ਬਦ ਦੀ ਵਰਤੋਂ ਕਰਦੇ ਦੀਵਾਲੀ ਦੀ ਰਾਤ ਦੀਵੇ ਬਾਲੀ ਹਨ, ਤੇ ਸਾਡਾ ਧਿਆਨ ਕਿੱਥੇ ਜਾਂਦਾ? ਸਾਡਾ ਧਿਆਨ ਇਸ ਦਿਨ ਤੇ ਫੋਕਸ ਹੋ ਜਾਂਦਾ, ਇਕਾਗਰ ਹੋ ਜਾਂਦਾ ਵੀ ਇਸੇ ਦਿਨ ਨੂੰ ਹੀ ਭਾਈ ਗੁਰਦਾਸ ਨੇ ਕਿਹਾ ਵੀ ਤੂੰ ਦੀਵਾ ਬਾਲ। ਨਾ, ਦੀਵਾ ਕਿਹੜਾ ਬਾਲਣਾ ਸੀ? ਇਹ ਤਾਂ ਦੀਵਾ ਇੱਕ ਦਿਨ ਦਾ ਬਣੀ 5-7 ਮਿੰਟਾਂ ਦੀ ਆ। ਇਹ ਤਾਂ ਦੀਵਾ 5-7 ਮਿੰਟਾਂ ਦਾ, ਵੱਧ ਤੋਂ ਵੱਧ ਘੰਟਾ ਚੱਲ ਜੂ। ਕਿਸੇ ਦਾ ਵੱਡਾ ਦੀਵਾ ਵਾਲੇ ਨੇ ਬੱਤੀ ਵੱਡੀ ਵੱਢ ਕੇ ਪਾਈ ਹੈ ਨਾ, ਤੇਲ ਦਾ ਭਰਤਾ ਵੱਧ ਚਿਰ ਚੱਲ ਸਕਦਾ। ਹਵਾ ਆ ਗਈ ਸਾਰਾ ਨਹੀਂ ਬੁੱਝ ਜਾਣਾ, ਉੱਥੇ ਤੇਲ ਬੱਤੀ ਕੁਛ ਵੀ ਨਹੀਂ ਕੰਮ ਕਰੇਗਾ, ਨਾ ਵੱਡਾ ਦੀਵਾ ਨਾ ਛੋਟਾ ਦੀਵਾ ਕੰਮ ਕਰੇ, ਫੂਕ ਵੱਜ ਗਈ ਬੁੱਝ ਜਾਣਾ। ਹੁਣ ਗੁਰੂ ਸਾਹਿਬ ਕਹਿੰਦੇ ਤੂੰ ਆਪਣੇ ਅੰਦਰ ਉਹ ਦੀਵਾ ਬਾਲ ਜਿਹੜਾ ਦੀਵਾ ਕਦੇ ਵੀ ਬੁਝੇ ਨਾ।
ਹੁਣ ਉਹ ਦੀਵਾ ਬਾਲਣਾ ਆਪਾਂ, ਜਿਹੜਾ ਦੀਵਾ ਕਦੇ ਵੀ ਬੁਝੇ ਨਾ। ਹੁਣ ਉਹ ਦੀਵਾ ਪੂਰੀ ਦੁਨੀਆ ਦੇ ਵਿੱਚ ਕੇਵਲ ਗੁਰੂ ਕੋਲੋਂ ਮਿਲਦਾ ਗਾ। ਉਹ ਦੀਵੇ ਨੂੰ ਚਲਾਉਣ ਵਾਸਤੇ ਤੇਲ ਵੀ ਗੁਰੂ ਕੋਲੋਂ ਮਿਲਦਾ ਗਾ। ਉਹ ਦੀਵੇ ਨੂੰ ਚਲਾਉਣ ਵਾਸਤੇ ਬੱਤੀ ਵੀ ਗੁਰੂ ਕੋਲੋਂ ਮਿਲਦੀ ਆ। ਜਿਹੜਾ ਦੁਨਿਆਵੀ ਦੀਵਾ ਨਾ, ਇਹਨੇ ਤਾਂ ਪਿਆਰ ਵਾਲਿਓ ਬੁਝ ਜਾਣਾ। ਇੱਕ ਨਾ ਮੁਹਾਵਰਾ ਤੁਹਾਡੇ ਚੇਤੇ ਵਿੱਚ ਹੋਵੇਗਾ, ਜਦੋਂ ਆਪਾਂ ਬੋਲਾਂਗੇ ਨਾ, ਸਦਾ ਦੀਵਾਲੀ ਸਾਧ ਕੀ, ਅੱਠੇ ਪਹਿਰ ਆਨੰਦ। ਹੁਣ ਦੇਖੋ, ਹੈ ਤਾਂ ਉਹ ਆਮ ਬੋਲੀ ਆ ਨਾ, ਪੇਂਡੂ ਬੋਲੀ ਹੈ ਸਾਡੀ, ਵੀ ਸਦਾ ਦੀਵਾਲੀ ਸਾਧ ਦੀ, ਅੱਠੇ ਪਹਿਰ ਆਨੰਦ। ਹੁਣ ਬਚਨ ਤਾਂ ਬੜਾ ਵਧੀਆ ਹੈਗਾ, ਪਰ ਸ਼ਾਇਦ ਉਹਦੇ ਤੇ ਅਮਲ ਬਹੁਤ ਘੱਟ ਕੀਤਾ। ਚਲੋ ਆਪਾਂ ਕਹਿ ਦਿੰਦੇ ਨਾ ਵੀ ਗੁਰਬਾਣੀ ਦੀ ਸਾਨੂੰ ਸਮਝ ਨਹੀਂ ਆਉਂਦੀ ਜੀ, ਭਾਈ ਗੁਰਦਾਸ ਦੀਆਂ ਵਾਰਾਂ ਦੀ ਸਾਨੂੰ ਸਮਝ ਨਹੀਂ ਆਉਂਦੀ ਗੀ। ਫਿਰ ਇਹ ਤਾਂ ਸਾਡੀ ਪੇਂਡੂ ਬੋਲੀ ਆ, ਦੋ ਤੁਕਾਂ ਲੈਣਾ ਦੋ, ਵੀ ਸਦਾ ਦੀਵਾਲੀ ਸਾਧ ਦੀ। ਹੁਣ ਉੱਥੇ ਅਰਥ ਕੀ ਬਣ ਗਿਆ, ਵੀ ਰੱਬ ਦੇ ਪਿਆਰੇ, ਸਾਧ ਮੀਨਜ਼ ਰੱਬ ਦੇ ਪਿਆਰੇ, ਗਿਆਨੀ, ਉਸ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੰਨਣ ਵਾਲੇ ਲੋਕ, ਉਹ ਸਾਧਾਂ ਦੀ ਗੱਲ ਆ। ਇੱਥੇ ਗੇਰੂਏ ਰੰਗ ਦੇ ਕੱਪੜੇ ਪਾਉਣ ਵਾਲੇ ਕਿਸੇ ਬਾਬੇ ਦੀ ਗੱਲ ਨਹੀਂ ਹੈ। ਜਦੋਂ ਹੁੰਦੀ ਨਾ ਸਦਾ ਦੀਵਾਲੀ ਸਾਧ ਦੀ, ਸਦਾ ਦੀਵਾਲੀ ਸਾਧ ਦੀ, ਅੱਠੇ ਪਹਿਰ ਆਨੰਦ, ਮਤਲਬ ਜਿਹਦੇ ਅੰਦਰ ਗਿਆਨ ਦਾ ਦੀਵਾ ਬਲ ਪਿਆ ਨਾ, ਉਹ ਹਰ ਵਕਤ ਆਨੰਦ ਵਿੱਚ ਜੀਵਨ ਜਿਉਂਦਾ। ਉਹ ਤਾਂ ਕਹਿੰਦੇ ਕੀ ਆ, ਪੜ੍ਹਦਾ ਕੀ ਆ, ਆਨੰਦ ਭਇਆ ਮੇਰੀ, ਉਹ ਤਾਂ ਪੜ੍ਹਦਾ। ਹੁਣ ਉਹਦੇ ਅੰਦਰ ਦੀਵਾ ਬਲਿਆ ਨਾ ਅੰਦਰ। ਹੁਣ ਗੁਰੂ ਸਾਹਿਬ ਜੀ ਕਹਿੰਦੇ ਮੈਨੂੰ ਸਾਲਾਂ ਬਾਅਦ ਦੀਵਾ ਬਾਲਣ ਦੀ ਲੋੜ ਨਹੀਂ ਹੈ, ਨਾ ਮੇਰੇ ਪੁੱਤ ਨੂੰ ਜ਼ਰੂਰਤ ਆ। ਪੁੱਤ ਮੀਨਜ਼ ਆਪਾਂ ਸਾਰੇ, ਆਪਾਂ ਗੁਰੂ ਦੇ ਪੁੱਤ ਆਂਗੇ, ਤੇ ਗੁਰੂ ਕਹਿੰਦਾ ਨਾ ਮੇਰੇ ਪੁੱਤ ਨਾ ਅਸੀਂ, ਸਾਨੂੰ ਕੋਈ ਦੀਵਾ ਬਾਲਣ ਦੀ ਲੋੜ ਨਹੀਂ। ਅੱਛਾ, ਇੱਕ ਨਾ ਸਾਡਾ ਛੋਟਾ ਸਵਾਲ ਹੋਊਗਾ, ਆਪਾਂ ਪਿਛਲੀ ਲੜੀ ਇੱਥੇ ਰੋਕ ਕੇ ਅਗਲੇ ਗੱਲ ਕਰੀਏ। ਉਹ ਸਵਾਲ ਦਾ ਜਵਾਬ ਕੀ ਹੈਗਾ? ਸਵਾਲ ਕੀ ਹੈ, ਜਵਾਬ ਕੀ ਆ? ਫਿਰ ਦੀਵਾ ਬਾਲਣਾ ਸ਼ੁਰੂ ਕਿਵੇਂ ਹੋਇਆ? ਫਿਰ ਇਹ ਦੀਵੇ ਨੂੰ ਪਹਿਲੀ ਵਾਰ ਕਦੋਂ, ਕਿਹਨੇ, ਕਿਵੇਂ ਬਾਲਿਆ? ਇੱਥੇ ਆਪਣੇ ਦੋ ਤਿੰਨ ਸਵਾਲ ਬਣਨਗੇ ਨਾ, ਵੀ ਕਿਵੇਂ, ਕਿਹਨੇ, ਕਿੱਥੇ, ਕਦੋਂ ਬਾਲਿਆ। ਪਹਿਲੀ ਗੱਲ, ਪਿੱਛੇ ਥੋੜ੍ਹਾ ਜਾਓ, ਜੋ ਰੀਤ ਆ, ਜੋ ਜਿੱਥੋਂ ਤੱਕ ਸਾਡੇ ਧਿਆਨ ਦੇ ਵਿੱਚ ਆਈ ਹੈ ਨਾ ਗੱਲ, ਵੀ ਇਦੋਂ ਪਹਿਲਾਂ ਮੌਸਮ ਸੀ ਗਰਮੀ ਦਾ। ਅੱਜ ਦਾ ਜਿਹੜਾ ਸਾਡਾ ਸਮਾਂ ਗਾ, ਉਹ ਆ ਹੋਰ ਤਰ੍ਹਾਂ ਦਾ, ਵੀ ਏਸੀ ਕਮਰੇ ਨੇ, ਸਾਨੂੰ ਨਾ ਗਰਮੀ ਦਾ ਪਤਾ ਲੱਗਿਆ, ਨਾ ਸਾਨੂੰ ਠੰਡ ਦਾ ਪਤਾ ਲੱਗਦਾ, ਸਾਨੂੰ ਕੋਈ ਬਹੁਤਾ ਜੱਜਮੈਂਟ ਨਹੀਂ ਹੁੰਦੀ ਗੀ। ਉਹਨਾਂ ਟਾਈਮਾਂ ਦੇ ਵਿੱਚ ਤਾਂ ਬਿਜਲੀ ਦਾ ਪ੍ਰਬੰਧ ਵੀ ਨਹੀਂ ਸੀਗਾ, ਦੀਵੇ ਬਲਦੇ ਹੁੰਦੇ ਘਰਾਂ ਦੇ ਵਿੱਚ, ਇੱਕ ਦੀਵਾ ਅੰਦਰ ਪਿਆ, ਇੱਕ ਬਾਹਰ ਵਿਹੜੇ ਵਿੱਚ ਪਿਆ ਗਾ, ਤੇ ਉਹ ਦੀਵਿਆਂ ਤੇ ਨਾ ਕੀੜੇ ਮਕੌੜੇ ਆਈ ਜਾਂਦੇ, ਕੰਮ ਧੰਦਾ ਜ਼ਿਆਦਾ ਹੁੰਦਾ ਘਰਾਂ ਦੇ ਵਿੱਚ। ਅੱਜ ਦੇ ਘਰਾਂ ਵਰਗੇ ਘਰ ਨਹੀਂ, ਪੁਰਾਤਨ ਘਰ ਜਿਨ੍ਹਾਂ ਦੀਆਂ ਛੱਤਾਂ ਵੀ ਸਰਕੜਾਂ ਦੀਆਂ, ਖਿੱਪ ਦੀਆਂ, ਜਿਹਦੇ ਵਿੱਚ ਕਿੰਨੇ ਕਿੰਨੇ ਜੀਵ, ਚੂਹੇ, ਚਿੜੇ ਆਦਿਕ ਕਿੰਨਾ ਕੁਛ ਰਹਿੰਦੇ ਨੇਗੇ। ਉਹ ਭਾਵ ਕੀ ਆ, ਗਰਮੀ ਦੇ ਦਿਨ ਲੋਕ ਵਿਹੜਿਆਂ ਵਿੱਚ ਜਾ ਕੇ, ਖੁੱਲ੍ਹੇ ਮੈਦਾਨ ਵਿੱਚ ਨਾ ਜਾ ਕੇ ਰਾਤ ਨੂੰ ਆਰਾਮ ਕਰਦੇ ਨੇ, ਦਿਨੇ ਵੀ ਦਰਖਤਾਂ ਥੱਲੇ ਬੈਠ ਕੇ ਆਪਣਾ ਵਕਤ ਗੁਜ਼ਾਰਦੇ ਆ। ਇੱਦਾਂ ਦੀ ਵਿਚਾਰ ਆ ਨਾ। ਤੇ ਹੁਣ ਘਰਾਂ ਦੇ ਵਿੱਚ ਸੁਭਾਵਿਕ ਆ, ਕੀੜੇ ਮਕੌੜੇ ਆਮ ਹੀ ਨੇਗੇ। ਤੇ ਹੁਣ ਅੱਜ ਕੱਲ੍ਹ ਮਤਲਬ ਕਿ ਅਕਤੂਬਰ ਨਵੰਬਰ ਦੇ ਵਿੱਚ ਜਦੋਂ ਸਰਦੀ ਸ਼ੁਰੂ ਹੁੰਦੀ ਆ, ਤੇ ਹੁਣ ਕੀ ਹੋਣਾ, ਹੁਣ ਵਿਹੜਿਆਂ 'ਚ ਨਹੀਂ ਪੈਣਾ, ਹੁਣ ਅੰਦਰ ਪੈਣਾ। ਫਿਰ ਕੀ ਕੀਤਾ ਜਾਂਦਾ ਸੀ, ਮਤਲਬ ਇਹਨਾਂ ਦਿਨਾਂ ਦੇ ਵਿੱਚ ਸਫਾਈ ਕੀਤੀ ਜਾਂਦੀ ਘਰਾਂ ਦੀ, ਕੁਦਰਤੀ ਤੌਰ 'ਤੇ ਵੀ ਜਿੱਥੇ ਆਪਾਂ ਬੈਠਣਾ ਉਹ ਚੀਜ਼ ਦੀ ਸਫਾਈ ਤਾਂ ਆਪਾਂ ਕਰਦੇ ਹਾਂ। ਹੁਣ ਜਦੋਂ ਘਰਾਂ ਦੀ ਸਫਾਈ ਹੁੰਦੀ ਆ, ਉਸ ਤੋਂ ਬਾਅਦ ਇੱਕ ਦਿਨ ਨਿਸ਼ਚਿਤ ਕੀਤਾ ਗਿਆ। ਕਿਹੜਾ ਦਿਨ ਆ? ਵੀ ਇਹ ਦਿਨ ਆ ਨਵੰਬਰ ਦੇ ਵਿੱਚ, ਆਪਾਂ ਨਵੰਬਰ ਦੇ ਮਹੀਨੇ ਦਾ ਕੋਈ ਵੀ ਇੱਕ ਦਿਨ ਆਪਾਂ ਚੁਣ ਲਓ, ਵੀ ਇੱਕ ਦਿਨ ਦੇ ਵਿੱਚ ਆਪਾਂ ਸਾਰੇ ਪਿੰਡ ਨੇ ਭਾਈ ਘਿਓ ਦੇ ਦੀਵੇ ਬਾਲਣੇ ਆ। ਦੀਵੇ ਤਾਂ ਬਲਦੇ ਨੇ ਇਦੋਂ ਪਹਿਲਾਂ, ਪਰ ਹੁਣ ਸਪੈਸ਼ਲ ਦੀਵੇ ਬਾਲਣੇ ਨੇ। ਕਿਉਂ? ਕਿਉਂਕਿ ਘਰਾਂ ਦੀ ਸਫਾਈ ਹੋਈ ਆ। ਘਰਾਂ ਦੀ ਜਿਹੜੀ ਸਫਾਈ ਹੋਈ ਆ, ਕੂੜਾ ਕਰਕਟ ਅੰਦਰੋਂ ਨਿਕਲਿਆ ਗਾ, ਕੀੜੇ ਮਕੌੜੇ ਮਰੇ ਅੰਦਰੋਂ ਕੱਢੇ ਨੇਗੇ, ਉਹਨਾਂ ਦੀ ਦੁਰਗੰਧ ਫੈਲ ਗਈ। ਕੁਦਰਤੀ ਗੱਲ ਆ, ਮਿੱਟੀ ਘੱਟਾ ਚੜ੍ਹ ਗਿਆ, ਸਫਾਈ ਕੀਤੀ ਆ, ਉਹ ਦੁਰਗੰਧ ਨੂੰ ਖਤਮ ਕਰਨ ਦੇ ਲਈ ਇੱਕ ਦਿਨ ਫਿਰ ਦੀਵੇ ਆ ਜਿਹੜੇ ਉਹ ਸਾਰੀ ਰਾਤ ਮਤਲਬ ਕਿ ਬਾਲੇ ਜਾਂਦੇ ਨੇ। ਦੀਵੇ ਦੀ ਵਰਤੋਂ ਹੈ ਉਨਾ ਟਾਈਮ ਆ ਜਿੰਨਾ ਟਾਈਮ ਘਰ ਦਾ ਕੰਮ ਧੰਦਾ। ਜਦੋਂ ਘਰ ਦੇ ਕੰਮ ਨਿਬੜ ਗਏ, ਦੀਵਾ ਬੰਦ ਹੋ ਗਿਆ। ਪਰ ਹੁਣ ਸਾਰੀ ਰਾਤ ਹੀ ਦੀਵੇ ਬਲਣੇ ਆ, ਘਿਓ ਦੇ ਦੀਵੇ। ਫਿਰ ਉਸ ਤੋਂ ਬਾਅਦ ਇਹਦੇ ਨਾਲ ਹੀ ਅੱਗੇ ਜਾ ਕੇ ਜਦੋਂ ਸਰਦੀ ਖਤਮ ਹੁੰਦੀ ਆ, ਫਿਰ ਇੱਕ ਅੱਗ ਮਚਾਉਣ ਦਾ ਤਿਉਹਾਰ ਫਿਰ ਆਉਂਦਾ ਗਾ, ਜਿਹਦਾ ਉਹਦਾ ਪਿਛੋਕੜ ਵੀ ਇੱਕ ਸੰਸਾਰੀ ਰੀਤ ਨਾਲ ਆਗਾ। ਉਹ ਕੋਈ ਵਹਿਮ ਨਹੀਂ, ਕੋਈ ਭਰਮ ਨਹੀਂ, ਕਿਸੇ ਤਰ੍ਹਾਂ ਦਾ ਕੋਈ ਮਿਥਿਹਾਸਕ
इतिहास नहीं है, ना कोई सच्चाई वाला इतिहास आ। इन्नी गल ही आ भी वो रुੱਤ ਦੇ ਨਾਲ मौसम ਦੇ ਨਾਲ जुड़िया होया दिन आगा। उदों फिर बाहरी तौर ते मतलब कि अग वाली जाती है भी अज तो बाद सर्दी खत्म, हुण बाहर विहड़ियां विच पैना, विहड़ियां विच रहना गा। इत्थों नंबर 1 ते 2 नंबर ते तुहाडा सवाल सारिआं दा होवेगा, मेरे अंदर भी है, तुहाडे अंदर भी है, फिर दरबार साहिब दे विच दीवे कदों बलने शुरू हो गए? हुण मान लो भी जिहड़े दिन विसाखी दा दिन, दिवाली दा दिन, ये मेन आ गए, मतलब साल दे विच एक साल दे विच ना ये मेन दिन आ गए विसाखी दा, दिवाली दा। दिवाली मतलब बंदी छोड़ जिहड़ा आपां नाल दिन मिलिया विया गा। हुण की है जिहड़ा ये दिन हैगा दिवाली दा, इन्हां दिनां दी वरतों जिहड़े गुरु दे सिख सी ना वो गुरमते करदे हुंदे सी। इन्हां दिनां दे नेड़े तेड़े तां ना साडे इतिहास दा घाण भी बड़ा होयागा। घाण किवें होयागा आपां नूं पता, 60 दे विच, 1761 दे विच, 62 दे विच, 1746 दे विच इन्हां दिवाली दे इर्द गिर्द साडी कौम दा घाण बड़ा होयागा। मतलब जिन्हों आपां घल्लू घारिआं दे नाम नाल याद करदे आंगे। फिर इन्हां दिनां नूं चुनिया जांदा सी भी भाई आह दिन ना आपां सरबत खालसा बुलाउणा, मतलब सारी जिथे जिथे सिख कौम दे लोग बसदे आ ना दुनिया दे विचों, उन्हां नूं आपां एक थां ते इकट्ठे करना। वो इकट्ठे कित्थे करना? अकाल तख्त दे विहड़े विच अमृतसर साहिब विखे। साडा अकाल तख्त एक आ ना, एक झंडे थल्ले। हुण जदों ये पिंडां दे विच लैटर वग जांदे सन, सुनेहे वग जांदे सन भी आपां अकाल तख्त साहिब विखे इकट्ठे होना गा। दिन किहड़ा? वो अज वांग डहरियां नहीं, कोई अज वांग ना फोन ते दिन नहीं वेख्या जांदा गा, कोई अज वांग मशीनी युग नहीं है। ते उदों एक दिन निश्चित किया गया विसाखी जां दिवाली, मतलब ये दिनां दे विच साल बाद जां 6 महीनों बाद 2 वड्डे भारी इकट्ठ किए जाते हैं। वो कित्थे? अकाल तख्त दे विहड़े विच भी आपां भाई दिवाली नूं अकाल तख्त विखे पहुंचना ते उत्थे आपां गुरमते करने आ, उत्थे आपां राय मशवरे करने आ ते किवें आपां अपने मसलिआं नूं सुलझाउणा, हल किवें करना इन्हां दा। उत्थे कौम नूं साडी सिखां दी भाव जिहड़ी गिणती आ ना उत्थे वध तों वध सद्दी जांदी सीगी। ये दिन मतलब कि चुने गए। अच्छा हुण गल सी अपनी भी दरबार साहिब दीवा क्यों बलिया, मतलब उत्थे ये दिन ते दीपमाला जां घ्यो दे दीवे क्यों बाले? एक तां रीत आपां देख लई भी पुरातन सफाई हुंदी आ, सफाई होण करन तो बाद अंदर दीवे बाले जांदे ने दुर्गंध नूं सुगंध विच तब्दील करन दे लई। दूजा प्रश्न भी भाई दिवाली वाले दिन फिर ये दरबार साहिब विच दीवे क्यों बाले गए? हुण उत्थे एक साजिश आ, नीति आ। नीति की आ? आपां नूं पता भी साडे जिहड़े गुरद्वारे आ ना, इन्हां गुरद्वारिआं ते महंतां दा कब्जा हुंदा सी ते जिहड़े महंत लोग सन, निर्मले वगैरह महंत सन ना, चलो साडा कोई वेश नहीं है भी आपां उन्हां नूं निंदणा भंडणा, पर उन्हां दा सुभाਅ बन गया सी विचारां दा। सुभाਅ की बन गया सी? जिवें हुण मान लो भी ननकाणा साहिब महंतां दे कब्जे तो छुड़ाउण दे लई किन्ना कुछ करना पिया, वो तुहानूं सारा पता गा। जिथे जिथे होर भी महंत सन दरबार साहिब दे विच सन, किन्ना कुछ करना पिया। दरबार साहिब दीआं परिकरमां दे विच ना, सरोवर दीआं परिकरमां दे विच जिथे आपां गेड़ा खाने आ ते इत्थे भी ना देवी देवतिआं दीआं मूरतां अणगिणत सन। किहने स्थापित कीतीआं? महंतां ने। ते महंतां नूं थापदा कौन हुंदा सीगा? मौके दी सरकार। वैसे तो अज भी उही सिस्टम हो गया, कोई बड़ा फर्क नहीं है। ते हुण जिहड़े महंत सन वो चमचागिरी करदे सी सरकार दी, ते हुण जिवें सरकार कहिंदी सी उवें उन्हां नूं करना पैंदा सीगा। मतलब उन्हां दे अंदर उन्हां दी गल ज़्यादा हुंदी सी ते गुरु दी गल घट हुंदी सी। हौली हौली लोक जागे, श्रोमणी कमेटी मान लो होंद विच आई, चलो जो विगाड़ पिया वाहिगुरू भला करे। अपना अज दे ध्यान उत्थे नहीं पता, आपां उत्थे ले जाना भी जदों थोड़ा जिहा सुधार होया, सुधार लहर बनी आ, मतलब उदों फिर इन्हां महंतां नूं भजाया गया गुरुद्वारिआं दे विचों। जदों ननकाणा साहिब ते कब्जा होया ना ते उस तो बाद दरबार साहिब दे विचों आपे भज गए सी ये। मान लो भी अपना ध्यान कित्थे सी, अपनी गलबात कित्थे चलदी सी भी जदों दरबार साहिब दे विच दिवाली वाले दिन दीवा बलिया, इहदे बलण दा कारण की बनिया? उत्थे साडे जागरूक सिख कौम दे आगू उत्थे इकट्ठ करदे सन भी आपां अकाल तख्त साहिब विखे इकट्ठ करना गा। अज भी हुंदा,
ਜਦੋਂ ਉੱਥੇ ਇਕੱਠ ਕੀਤਾ ਜਾਂਦਾ ਸੀ, ਮਹੰਤਾਂ ਨੇ ਚਾਲ ਖੇਡੀ ਵੀ ਆਪਾਂ ਇਹਨਾਂ ਲੋਕਾਂ ਨੂੰ ਕਿਵੇਂ ਇਕੱਠ ਦੇ ਵਿੱਚੋਂ ਪਾਸੇ ਕਰੀਏ। ਇਹਨਾਂ ਨੇ ਫਿਰ ਦੀਵੇ ਪਹਿਲਾਂ ਆਪਣੇ ਬੰਦਿਆਂ ਨੂੰ ਕਹਿ ਕੇ ਬਲਵਾਏ ਵੀ ਤੁਸੀਂ ਬਾਲੋ ਦੀਵੇ, ਤੇ ਜਦੋਂ ਲੋਕ ਆਉਂਦੇ ਉਹਨਾਂ ਫਿਰ ਦੀਵਿਆਂ ਨੂੰ ਨਮਸਕਾਰਾਂ ਕਰਦੇ। ਇਹ ਟਕਵੰਜ ਕਹਿ ਲਈਏ ਜਿਹਨੂੰ ਆਪਾਂ, ਟਕਵੰਜ ਸ਼ੁਰੂ ਹੋ ਗਿਆ। ਤੇ ਜਦੋਂ ਟਕਵੰਜ ਸ਼ੁਰੂ ਹੋ ਗਿਆ, ਹੁਣ ਵਾਹਿਗੁਰੂ ਭਲਾ ਕਰੇ ਵੀ ਜਦੋਂ ਆਪਾਂ ਨੂੰ ਮੈਸੇਜ ਗੁਰੂ ਕੋਲੋਂ ਮਿਲ ਗਿਆ, ਉਦੋਂ ਬਾਅਦ ਤਾਂ ਬੇਸ਼ੱਕ ਆਪਾਂ ਉਸ ਰੀਤ ਨਾਲੋਂ ਟੁੱਟ ਜੀਏ। ਤੇ ਜੇ ਆਪਾਂ ਅਜੇ ਆਪਣੇ ਆਗੂ ਤੱਕ ਪਹੁੰਚੇ ਨਹੀਂ ਗੇ, ਆਗੂ ਤੱਕ ਪਹੁੰਚਣ ਤੋਂ ਪਹਿਲਾਂ ਸਾਨੂੰ ਕਿਸੇ ਚੀਜ਼ ਨੂੰ ਵੇਖਣਾ ਪੈ ਗਿਆ, ਤੇ ਸੁਭਾਵਿਕ ਗੱਲ ਆ ਬੰਦਾ ਉਹ ਚੀਜ਼ ਦਾ ਆਗੀ ਹੋ ਜਾਂਦਾ ਗਾ। ਉਹ ਉਵੇਂ ਜਿਵੇਂ ਕਰਨ ਲੱਗ ਜਾਂਦਾ ਬੰਦਾ। ਹੁਣ ਕੁਦਰਤੀ ਤੌਰ ਆ ਸਾਰੀ ਸੰਗਤ ਤੁਰੀ ਜਾਂਦੀ ਹੈ ਨਾ, ਸਾਡਾ ਇੱਕ ਮੇਨ ਆਗੂ ਆ ਮੰਨ ਲਓ ਸਾਡੇ ਵਿੱਚ, ਠੀਕ ਹੈ ਨਾ, ਉਹ ਜਾਂਦਾ ਜਾਂਦਾ ਕਿਤੇ ਇੱਦਾਂ ਨਮਸਕਾਰ ਕਰਦੇ, ਸਾਰੀ ਸੰਗਤ ਜਿੰਨੇ ਮੰਗਰ ਜਾਂਦੇ ਉਹਨੇ ਕਿਸੇ ਨੇ ਨਹੀਂ ਪੁੱਛਣਾ ਵੀ ਤੂੰ ਸਿਰ ਕਿਉਂ ਝੁਕਾਇਆ, ਸਾਰਿਆਂ ਨੇ ਉਵੇਂ ਕਰ ਦੇਣਾ ਗਾ। ਹੁਣ ਉਹ ਜਾਂਦੇ ਜਾਂਦੇ ਵਿੱਚੋਂ ਉਹਨਾਂ ਨੇ ਆਪਣੇ ਬੰਦੇ ਵਾੜ ਕੇ ਉਹ ਦੀਵੇ ਲਾ ਕੇ ਦੀਵਾਂ ਨੂੰ ਮੱਥਾ ਟੇਕਣਾ ਸ਼ੁਰੂ ਕਰਤਾ, ਇਕੱਠ ਖੇਡ ਦਿੱਤਾ ਵੀ ਜਿੰਨੇ ਇਕੱਠ ਵਿੱਚ ਜਾਣਗੇ ਉਹ ਇਕੱਠ ਨੂੰ ਖੇਡੋ। ਹੌਲੀ ਹੌਲੀ ਇਹ ਰੀਤ ਬਣ ਗਈ, ਹੌਲੀ ਹੌਲੀ ਇਹ ਰੀਤ ਬਣ ਗਈ ਭਾਈ। ਸੋ ਵਾਹਿਗੁਰੂ ਭਲਾ ਕਰੇ, ਅੱਜ ਉਹ ਰੀਤ ਸਾਡੇ ਸਿਰ ਚੜ੍ਹ ਕੇ ਬੋਲਦੀ ਆ, ਸਾਡੇ ਦਿਮਾਗ ਦੇ ਵਿੱਚ ਉਹ ਰੀਤ ਅੱਜ ਪੱਕੇ ਤਰ੍ਹਾਂ ਪਰਮਾਨੈਂਟ ਇਉਂ ਕਹਿ ਲਓ ਫਸ ਚੁੱਕੀ ਆ, ਜਿਹਨੂੰ ਕਦੇ ਆਉਣ ਵਾਲੇ ਵਕਤ ਵਿੱਚ ਇਉਂ ਕਹਿ ਲਈਏ ਆਪਾਂ ਨੌਜਵਾਨ ਬੱਚੇ ਜੇ ਗੁਰਬਾਣੀ ਵਿਚਾਰ ਨਾਲ ਜੁੜ ਜਾਣ ਉਹ ਤਾਂ ਤੋੜ ਸਕਦੇ ਨੇ, ਸ਼ਾਇਦ ਆਪਾਂ ਨਹੀਂ ਤੋੜ ਸਕਾਂਗੇ। ਜੇ ਆਪਾਂ ਤੋੜਾਂਗੇ ਤਾਂ ਸਾਡਾ ਧੰਨਵਾਦ ਹੋਵੇਗਾ, ਬਹੁਤ ਚੰਗੀ ਗੱਲ ਹੋਵੇਗੀ। ਸੋ ਕਹਿਣ ਤੋਂ ਭਾਵ ਵੀ ਉੱਥੇ ਇੱਦਾਂ ਸ਼ੁਰੂ ਭਾਈ ਹੋ ਗਏ ਮਹੰਤਾਂ ਦੇ ਕਬਜ਼ੇ ਹੋਣ ਕਰਕੇ, ਤੇ ਇਹਨਾਂ ਦਿਨਾਂ ਦੇ ਨਾਲ ਫਿਰ ਮਤਲਬ ਸਾਡਾ ਸੰਬੰਧ ਐਟੋਮੈਟਿਕ ਹੀ ਪੀੜ੍ਹੀ ਦਰ ਪੀੜ੍ਹੀ, ਰੀਤ ਦਰ ਰੀਤ ਜੁੜ ਗਿਆ, ਠੀਕ ਹੈ ਨਾ। ਅਗਲੀ ਗੱਲ ਕੀ ਆ ਵੀ ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਆਏ, ਕੋਈ ਸ਼ੱਕ ਨਹੀਂ, ਜਦੋਂ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ ਆ ਨਾ, ਦੀਵੇ ਬਲੇ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਉਹ ਇੱਕ ਖੁਸ਼ੀ ਦਾ ਪ੍ਰਗਟਾਵਾ। ਆਪਾਂ ਨਹੀਂ ਕਹਿੰਦੇ ਵੀ ਦੀਵਾ ਮਾੜਾ, ਦੇਖੋ ਆਪਾਂ ਇਹ ਗੱਲ ਨਹੀਂ ਬੋਲੀ ਵੀ ਦੀਵਾ ਬਾਲਣਾ ਮਾੜਾ, ਪਰ ਉਹਦਾ ਕਾਰਨ, ਉਹਦਾ ਰੀਜਨ, ਉਹਦਾ ਮੇਨ ਮਕਸਦ ਕੀ ਆ ਉਹ ਬੁੱਝੋ। ਕਿ ਉਹ ਆਮ ਆ ਨਾ ਦੇਸੀ, ਰੋਜ਼ ਘਰ ਦੇ ਵਿੱਚ ਦੀਵਾ ਬਾਲ ਕੇ ਲਾਈ ਚਲੋ, ਸੁਗੰਧੀ ਆਉਂਦੀ ਆ, ਕੋਈ ਮਾੜੀ ਗੱਲ ਨਹੀਂ ਹੈ, ਪਰ ਜੇ ਉਹਨੂੰ ਮੱਥਾ ਟੇਕਣਾ ਮਾੜੀ ਗੱਲ ਆ। ਸਮਝ ਗਏ ਨਾ ਵੀ ਜੇ ਪੂਜਾ ਕਰਨੀ ਹੈ, ਜਿਹਦੀ ਆਪਣੀ ਗੱਲ ਚੱਲੀ ਆ ਵੀ ਰੱਬ ਨੇ ਸਾਨੂੰ ਦੋ ਦਾਤਾਂ ਦਿੱਤੀਆਂ, ਇੱਕ ਈਮਾਨ ਦੀ, ਇੱਕ ਗੁਜਰਾਨ ਦੀ। ਗੁਜਰਾਨ ਦਾ ਪ੍ਰਬੰਧ ਰੱਬ ਨੇ ਕੀਤਾ, ਈਮਾਨ ਦਾ ਪ੍ਰਬੰਧ ਉਹਨੇ ਸਾਨੂੰ ਸਮਝਾਤਾ ਤੇ ਕਰਨਾ ਅਸੀਂ ਸੀ। ਅਮਾਨ ਛੱਡ ਦਿੱਤਾ, ਗੁਜਰਾਨ ਪਿੱਛੇ ਪੈ ਕੇ ਮਾਇਆ ਦੀ ਪੂਜਾ, ਲక్ష్ਮੀ ਦੀ ਪੂਜਾ ਵਿੱਚ ਅਸੀਂ ਜੁੜ ਗਏ, ਠੀਕ ਹੈ ਨਾ। ਹੁਣ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚੋਂ ਮੰਨ ਲਓ ਰਿਹਾ ਹੋ ਕੇ ਆਉਂਦੇ ਨੇ। ਹੁਣ ਸਭ ਤੋਂ ਪਹਿਲਾਂ ਕਿਹਦੇ ਘਰੇ ਪਹੁੰਚਦੇ ਨੇ ਪਾਤਸ਼ਾਹ, ਆਪਾਂ ਨੂੰ ਪਤਾ ਨਾ, ਜੇਲ੍ਹ ਦੇ ਵਿੱਚ ਨਾ ਇੱਕ ਮੁਖੀ ਆ, ਹਰਦਾਸ ਦਰੋਗਾ ਵੀ ਲਿਖਿਆ ਨੂੰ ਇਤਿਹਾਸ ਨੇ, ਉਹ ਗੁਰੂ ਦਾ ਸ਼ਰਧਾਲੂ ਆ, ਭਾਵੇਂ ਮੁਲਾਜ਼ਮ ਆ, ਕੋਈ ਚੱਕਰ ਨਹੀਂ, ਸਰਕਾਰੀ ਮੁਲਾਜ਼ਮ ਆ, ਜੀ ਸਦਕੇ ਡਿਊਟੀ ਕਰਨ ਦਾ ਹੱਕ ਬਣਦਾ, ਬੱਚੇ ਪਾਲਣੇ ਆ, ਹੈ ਨਾ, ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ ਹਨ। ਬੜੇ ਨੇ ਜਿਹੜੇ ਗੁਰੂ ਨਾਲ ਜੁੜੇ ਹੋਏ ਚੰਗੇ ਚੰਗੇ ਸਰਕਾਰੀ ਮੁਲਾਜ਼ਮ ਨੇ, ਚੰਗੇ ਚੰਗੇ, ਉਹਨਾਂ ਟਾਈਮਾਂ ਦੇ ਵਿੱਚ ਵਪਾਰੀ ਲੋਕ ਨੇਗੇ, ਚੰਗੇ ਚੰਗੇ ਨਾਮਵਰ। ਹੁਣ ਭਾਵੇਂ ਹੈ ਇਹ ਜਹਾਂਗੀਰ ਦਾ ਮੁਲਾਜ਼ਮ, ਹੈ ਇਹ ਭਾਵੇਂ ਜੇਲ੍ਹ ਦੇ ਵਿੱਚ ਮੁਲਾਜ਼ਮ ਆ ਇੱਕ, ਪਰ ਗੁਰੂ ਨਾਲ ਪਿਆਰ ਬਹੁਤ ਹੈਗਾ। ਜਦੋਂ ਪਹਿਲੋਂ ਗੁਰੂ ਪਾਤਸ਼ਾਹ ਜੀ ਰਿਹਾ ਹੋਏ ਨਾ, ਵਿਚਾਰਾਂ ਵੀ ਹੋਈਆਂ ਜਿਹੜੀਆਂ ਆਪਾਂ ਨੂੰ ਪਤਾ ਵੀ ਪਾਤਸ਼ਾਹ ਜਿਨ੍ਹਾਂ ਨੂੰ ਛਡਾਈ ਜਾਂਦਾ ਨਾ, ਇਹਨਾਂ ਨੇ ਤੇਰਾ ਕਦੇ ਭਲਾ ਨਹੀਂ ਕਰਨਾ ਗਾ। ਚਲੋ ਆਪਾਂ ਕਈ ਵਾਰੀ ਸੁਣੀਆਂ, ਆਪਾਂ ਮੇਨ ਪੱਖ। ਹੁਣ ਗੁਰੂ ਸਾਹਿਬ ਨੂੰ ਪਹਿਲਾਂ ਭਾਈ ਹਰਦਾਸ ਜੀ ਆਪਣੇ ਘਰ ਦੇ ਵਿੱਚ ਲਗਿਆ, ਜਦੋਂ ਆਪਣੇ ਘਰ ਦੇ ਵਿੱਚ ਲਗਿਆ ਨਾ, ਹੁਣ ਉੱਥੇ ਇਤਿਹਾਸ ਦੱਸਦਾ ਵੀ ਭਾਈ ਹਰਦਾਸ ਜੀ ਨੇ ਨਾ ਪਹਿਲਾਂ ਦੀਵੇ ਬਾਲੇ ਦੇਸੀ ਘਿਓ ਦੇ, ਦੀਵੇ ਬਾਲੇ ਆ ਨਾ ਦੇਸੀ ਘਿਓ ਦੇ। ਉਹਦਾ ਕਾਰਨ ਇੱਕ ਸੁਗੰਧੀ ਫੈਲਾਉਣਾ, ਤੇ ਦੂਜਾ ਕਾਰਨ ਗੁਰੂ ਸਾਹਿਬ ਜਦੋਂ ਘਰ ਦੇ ਵਿੱਚ ਉਪੜਦੇ ਆ ਨਾ, ਖੁਸ਼ੀ ਦਾ ਪ੍ਰਗਟਾਵਾ। ਉਦੋਂ ਅੱਜ ਵਾਲੀ ਧੂਪ ਤਾਂ ਨਹੀਂ ਆ, ਅੱਜ ਵਾਲੀ ਧੂਫ ਇਹ ਨਹੀਂ ਹੈ, ਸੁਗੰਧੀ ਦਾ ਪ੍ਰਗਟਾਵਾ। ਅੱਜ ਵਾਲੇ ਸੈਂਟ ਆਤਰ ਨਹੀਂ ਹਨ। ਦੋ ਪੱਖ ਬਣ ਗਏ ਨਾ, ਇੱਕ ਖੁਸ਼ੀ, ਮੇਰੇ ਕਿੱਡੇ ਵੱਡੇ ਭਾਗ ਅੱਜ ਮੇਰੇ ਘਰੇ ਗੁਰੂ ਆਇਆ, ਕਿੱਡੇ ਵੱਡੇ ਭਾਗ ਨੇ। ਚਲੋ ਫਿਰ 2 ਨੰਬਰ ਤੇ ਗੁਰੂ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਪਹੁੰਚਦੇ ਆ, ਤੇ ਆਪਾਂ ਨੂੰ ਪਤਾ ਵੀ ਦਰਬਾਰ ਸਾਹਿਬ ਦੇ ਵਿੱਚ ਵੀ ਗੁਰੂ ਸਾਹਿਬ ਜੀ ਦੇ ਆਉਣ ਤੇ ਸਵਾਗਤ ਕੀਤਾ ਗਿਆ। ਚਲੋ ਇੱਕ ਅਲੱਗ ਵਿਸ਼ਾ ਸਾਡੇ ਪਿਆਰ ਦੀ ਭਾਵਨਾ। ਉੱਥੇ ਇਹ ਪੱਕਾ ਨਹੀਂ ਕੀਤਾ ਬਾਬਾ ਬੁੱਢਾ ਜੀ ਵਰਗਿਆਂ ਨੇ, ਭਾਈ ਗੁਰਦਾਸ ਵਰਗਿਆਂ ਨੇ, ਵੀ ਤੁਸੀਂ ਹਰ ਸਾਲ ਇਹ ਕੰਮ ਕਰਨਾਗਾ। ਉੱਥੇ ਮਤਲਬ ਗੁਰੂ ਸਾਹਿਬ ਦੇ ਆਉਣ ਦਾ ਇੱਕ
खुशी का प्रगटावा। मान लो ये लफज सतगुर बंदी छोड़ है, कोई शक नहीं मेरा गुरु बंदी छोड़ आ, पर यह लफज केवल तो केवल साडा अज दे दिन ही ध्यान आ जिहड़ा ये छेवें पातशाह ते चला जाता भी गुरु साहब ने 52 राजा रिहा करवाया तो उन्होंने ताइयों बंदी छोड़ कहना शुरू कर दिता। नहीं, जे आप उदों पहला नज़र मारीए ना तो गुरु नानक साहब भी बाबर की कैद विच बंद सन। बंद होने का कारण आपां नूं पता ना भी बाबर ने इमनाबाद ते धक्का कीता, कुट्टे मारे वड्डे, जिन्ने बच गए उन्होंने जेलों में सुट्टा। भुखण भाणे है ना, रोंदे ने करलाउंदे ने, अपने माड़े कम्मां ते पछताउंदे ने। ते गुरु नानक साहब भी उन्हां कैदियां दे विच चले गए। हुण आपां नूं पता ना वो कैद कित्थे, अवान पिंड जो रावी दे कंढे ते सी, ते हुण उत्थे गुरु नानक साहब भी विच आ ना। ते हुण गुरु नानक साहब सारा हाल उन्हां ने जदों इमनाबाद ते चढ़ के आए ना, बाबर ने धक्का कीता उदों भी वेख्या, जदों सारिआं नूं फड़ फड़ जेलां में सुੱਟ दिता, नाल गुरु नानक साहब भी विच ही वागे, नाल ही चले गए ना। ते हुण गुरु नानक साहब भी बंदी छोड़ आ, मेरा गुरु अज भी बंदी छोड़ आ, वो अज भी साडे बंधन कटदा गा। पर बंधन ये नहीं भी 52 राजा नूं बाहर कढ़ लिया ते इन्नी गलती बंधन छोड़ कह दिता। पर ना, बंधन कट्टण वाला पक्ष आ जिहड़ा वो आपां नूं गुरबाणी विचों वेखना पवेगा, इतिहास विचों वेखना पवेगा। हुण गुरु नानक साहब इउं बंधन कट्टदे ने, वो लोकां दे नाल ही जेल में चले गए। हुण गुरु नानक साहब चुप ने बिल्कुल। लोग बहुत ज़्यादा दुखी हो रहे ने, रो रहे ने, तड़फ रहे ने, अपने कीते माड़े कर्मां ते पछता रहे ने। हुण उत्थे कीता की आपां नूं पता ना, पीहण ला दिता भी सारिਆਂ ने ਚੱਕੀਆਂ चलाउणियां, भुखण भाणे ने। हुण ਚੱਕੀਆਂ नहीं चलदियां, एक तो दुखी है ना, भुखण भाणे ने, रोंदे करलाउंदे ने, वो काम किवें करना। हुण गुरु नानक साहब ने उत्थे फिर शब्द गाए। आपां नूं पता ना, मरदाने नूं कहा मरदानिया रवाब छेड़, ये दुखी लोग ने। शब्द गाया, शब्द गाउणे शुरू कीते तां उत्थे वो शब्द इन्ने ध्यान दे नाल, इन्नी एकाग्रता दे नाल वो कैदी लोकां ने सुनिया। उन्हां दा हिरदा कह लो, कलेजा कह लो, बिन्निया गया। ते जदों ध्यान दे नाल सुनिया ना, ते उन्हां नूं पता ही नहीं लग्यागा जिहड़ा काम बाबर ने कहा सी ਚੱਕੀਆਂ चलाउण वाला, जिहड़ी गल नूं ना आपां हुण तक पढ़दे सुणदे आ रहे हैं भी ਚੱਕੀਆਂ अपने आप चल पईआं। सो वाहिगुरू भला करे। सिख दी वैसे सोच आ जिहड़ी बहुत पारखू हुंदी आ, ते पारखू सोच वाला कदे धोखा नहीं खांदा। पारखू सोच उन्हां दी हुंदी आ ते जिहड़े लोग 101% गुरबाणी ते यकीन करन। दो गल्लां मिल गईयां ना, सिख दी सोच पारखू, क्योंकि मेरे बापू दी, मेरे मालक दी सोच भी पारखू आ ना, वो भी परख करदा हर एक गल ते क्यों ते किवें आ, इस गल ते विचार करदा गा। ते सिख दी भावना भी यही होनी चाहिदी आ। ये गल दी भावना उन्हां अंदर बनूगी जिन्हां दे अंदर गुरु दी मत दा थोड़ा बहुता दीवा बलिया। अवारी दीवा नहीं बालना, जिन्हां दे अंदर ज्ञान दा दीवा बलिया। ज्ञान दा दीवा बल पिया, फिर बंदा क्यों ते किवें दी गल करेगा। हुण गुरु नानक साहब की जिहड़ी बुद्धि है भी पारखू आ, साडी बुद्धि भी पारखू होनी चाहिए। असीं सुन लिया है कि ਚੱਕੀਆਂ आपे चल पईआं, आपां सुन लिया ना, बाबे नानक ने शब्द पढ़िया, वो बाबर की कैद विच ਚੱਕੀਆਂ आपे चल पईआं। असीं इस गल नूं मन लिया। वाहिगुरू भला करे, मनण विच कोई हर्ज नहीं। मैं नहीं कहता भी तुसीं मन्नो ना, मननी चाहिदी आ, पर परखे करनी चाहिदी है भी ਚੱਕੀ ਚੱली किवें। कई बार ना आपां घर दे विच, खेत विच, अपनी सरकारी गैर सरकारी किते भी किसी काम दे विच लीन हो जाइए ना, मतलब साडा ध्यान गुर शब्द नाल जुड़ जे, गुरु अमृत बाणी नाल जुड़ जे, ते आपां ओह काम करन लग जाइए नाल नाल, ते साडे मूंहों ना एक गल निकलदी हुंदी आ, लै 2 घंटिਆਂ विच ना आपां इन्ना काम करता, पता ही नहीं लग्या। आपां कहने पता ही नहीं लग्या। कोई मां भैन आ घर दे विच मान लो सहज पाठ, नितनेम जां वाहिगुरू दा सिमरन करदी आ, रसोई दा काम करदी आ, उहदा इन्ना काम दे विच जी लग्या होया गा, घंटे बाद ना काम करन तो बाद की कहंदे पता ही नहीं लग्या। कोई वीर है ना खेती करदा, जमीन बाउंदा, कुछ भी करदा,
ਤੇ ਉਹਦਾ ਜੀ ਲੱਗ ਜੇ ਤੇ ਕੀ ਕਹਿੰਦਾ ਪਤਾ ਹੀ ਨਹੀਂ ਲੱਗਿਆ। ਤੇ ਜਿੱਥੇ ਜੀ ਨਾ ਲੱਗੇ ਉੱਥੇ ਘੰਟਾ ਤਾਂ ਛੱਡੋ 5 ਮਿੰਟਾਂ ਦਾ ਕੰਮ ਕਰਨਾ ਵੀ ਔਖਾ ਹੁੰਦਾ। ਜਿੱਥੇ ਅੰਦਰੋਂ ਬੰਦੇ ਦੀ ਇਕਾਗਰਤਾ ਨਾ ਬਣੇ, ਜਿੱਥੇ ਦੁਬਿਧਾ ਹੋਵੇ, ਮਜਬੂਰੀ ਹੋਵੇ, ਉੱਥੇ ਘੰਟਾ ਤਾਂ 2 ਘੰਟੇ 4 ਘੰਟੇ ਤਾਂ ਬਾਹਲੀ ਵੱਡੀ ਗੱਲ ਆ, ਉੱਥੇ 5 ਮਿੰਟ ਲੰਘਾਉਣੇ ਵੀ ਔਖੇ ਨੇ। ਹੁਣ ਬਾਬੇ ਨਾਨਕ ਨੇ ਉਹਨਾਂ ਕੈਦੀਆਂ ਦਾ ਇੰਨਾ ਜੀ ਲਵਾਤਾ ਤੇ ਉਹਨਾਂ ਨੂੰ ਇਉਂ ਪਤਾ ਹੀ ਲੱਗਣੋਂ ਹਟ ਗਿਆ ਵੀ ਚੱਕੀਆਂ ਚਲਾਉਣ ਦੀ ਸਾਡੀ ਡਿਊਟੀ ਸੀ। ਭਾਵ ਇਉਂ ਮਹਿਸੂਸ ਹੋਵੇ, ਚੱਕੀਆਂ ਚਲਾ ਤਾਂ ਖੁਦ ਰਹੇ ਨੇ, ਕੋਈ ਸ਼ੱਕ ਨਹੀਂ ਉਹਦੇ ਵਿੱਚ, ਪਰ ਮਹਿਸੂਸ ਇਉਂ ਹੋਵੇ ਵੀ ਚੱਕੀਆਂ ਆਪੇ ਚੱਲਦੀਆਂ ਨੇ। ਹੁਣ ਜੇਲ੍ਹ ਵਿੱਚ ਸੁੱਟਣ ਦਾ ਕਾਰਨ ਕੀ ਹੁੰਦਾ ਵੀ ਇੱਥੇ ਬੰਦਾ ਦੁਖੀ ਹੋਵੇ, ਰੋਵੇ, ਕਰਲਾਵੇ ਤੇ ਸਾਡੀਆਂ ਉਦੋਂ ਬਾਅਦ ਮਿੰਨਤਾਂ ਕਰੇ। ਹੁਣ ਜੇ ਤਾਂ ਬਾਬਾ ਨਾਨਕ ਵਿੱਚ ਨਾ ਹੁੰਦਾ ਫਿਰ ਤਾਂ ਉਹਨਾਂ ਲੋਕਾਂ ਨੇ 10 ਮਿੰਟਾਂ ਬਾਅਦ, 2 ਘੰਟਿਆਂ ਬਾਅਦ, 2 ਦਿਨਾਂ ਬਾਅਦ ਮਿੰਨਤਾਂ ਬਾਬਰ ਦੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਸੀ, ਸਾਨੂੰ ਛੱਡ ਦੇ, ਇਦੋਂ ਬਾਅਦ ਅਸੀਂ ਮਾੜੇ ਕੰਮ ਨਹੀਂ ਕਰਾਂਗੇ। ਹੁਣ ਜੇਲ੍ਹ ਵਿੱਚ ਬਾਬੇ ਨਾਨਕ ਨੇ ਅਜਿਹੀ ਇੰਜੈਕਸ਼ਨ ਲਾਈ, ਟੀਕਾ ਲਾਇਆ ਵੀ ਉਹਨਾਂ ਲੋਕਾਂ ਨੂੰ ਗੁਰਬਾਣੀ ਨਾਲ ਜੋੜ ਦਿੱਤਾ। ਪਹਿਲਾਂ ਅਹਿਸਾਸ ਕਰਵਾਇਆ ਵੀ ਤੁਹਾਡਾ ਇੱਥੇ ਆਉਣ ਦਾ ਕਾਰਨ ਤੁਹਾਡੀਆਂ ਮੰਦੀਆਂ ਕਰਤੂਤਾਂ ਤੇ ਬਾਣੀ ਨੂੰ ਟੁੱਟੇ ਆ ਨਾ, ਰੱਬ ਨੂੰ ਟੁੱਟੇ ਹੋ ਤਾਂ ਤੁਸੀਂ ਇੱਥੇ ਆਏ ਹੋ। ਮਾਰ ਝੱਲੀ ਆ, ਮਾਰੇ ਗਏ, ਕੱਟੇ ਗਏ, ਵੱਢੇ ਗਏ, ਜੇਲ੍ਹਾਂ ਵਿੱਚ ਬੰਦ ਹੋ ਗਏ। ਸਾਰਾ ਕੁਝ ਅਹਿਸਾਸ ਕਰਵਾਉਣ ਤੋਂ ਬਾਅਦ ਗੁਰਬਾਣੀ ਦਾ ਅਜਿਹਾ ਟੀਕਾ ਲਾਇਆ, ਉਹ ਲੋਕ ਬਾਬੇ ਨਾਨਕ ਦੇ ਚਰਨ ਫੜ ਕੇ ਬਹਿ ਗਏ। ਕਹਿੰਦੇ ਸਾਨੂੰ ਹੁਣ ਜੇਲ੍ਹ ਵੀ ਤੇ ਸਾਨੂੰ ਸਾਡਾ ਘਰ ਵੀ ਇੱਕੋ ਹੀ ਲੱਗਦੇ ਨੇ, ਸਾਨੂੰ ਕੋਈ ਪਰਵਾਹ ਨਹੀਂ, ਭਾਵੇਂ ਸਾਨੂੰ ਜੇਲ੍ਹ 'ਚ ਰੱਖ ਲੈ ਤੇ ਭਾਵੇਂ ਸਾਨੂੰ ਘਰੇ ਰਹਿਣਾ ਪੈ ਜੇ। ਤੇ ਹੁਣ ਬਾਬਾ ਗੁਰੂ ਨਾਨਕ ਸਾਹਿਬ ਵੀ ਕੈਦ ਵਿੱਚ ਹੀ ਆ ਨਾ, ਉਹਨਾਂ ਨੂੰ ਕੈਦ ਨਹੀਂ ਲੱਗਦੀ। ਸਤਿਗੁਰ ਮੇਰਾ ਬੰਦੀ ਛੋੜ ਆ ਨਾ, ਕੈਦ ਨਹੀਂ ਲੱਗਦੀ। ਮਾਤਾ ਗੁਜਰ ਕੌਰ ਵੀ ਕੈਦ 'ਚ ਆ ਨਾ, ਨਹੀਂ ਡਰ ਲੱਗਦਾ, ਕਹਿੰਦੀ ਨਹੀਂ ਮੈਨੂੰ ਕੀ ਫਰਕ ਪੈਣਾ, ਕਹਿੰਦੀ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਉੱਥੇ ਵੀ ਰੱਬ ਦੀ ਰਜ਼ਾ 'ਚ ਆ, ਇੱਥੇ ਵੀ ਰੱਬ ਦੀ ਰਜ਼ਾ 'ਚ ਆ, ਸਾਨੂੰ ਕੋਈ ਦੁੱਖ ਹੀ ਨਹੀਂ ਹੈ। ਮੀਰ ਮੰਨੂ ਦੀ ਕੈਦ ਵਿੱਚ ਅਨੇਕਾਂ ਮਾਵਾਂ ਨੇ, ਭੈਣਾਂ ਨੇ, ਉਹ ਕਹਿੰਦੀਆਂ ਕੋਈ ਪਰਵਾਹ ਨਹੀਂ, ਫਿਰ ਕੀ ਹੋ ਗਿਆ। ਮਤਲਬ ਇੰਨਾ ਧਿਆਨ ਉਹਨਾਂ ਦਾ ਗੁਰਬਾਣੀ ਤੇ ਫੋਕਸਾ ਧਿਆਨ ਜੁੜਿਆ ਹੋਇਆ ਗਾ। ਇਵੇਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਅਜਿਹਾ ਸਮਝਾਇਆ, ਉਹਨਾਂ ਦੇ ਜੀਵਨ ਵਿੱਚ ਆਨੰਦ ਪੈਦਾ ਹੋ ਗਿਆ। ਜਦੋਂ ਆਨੰਦ ਪੈਦਾ ਹੋ ਗਿਆ ਨਾ ਤੇ ਫਿਰ ਬਾਬਰ ਦੇ ਜਿਹੜੇ ਪਹਿਰੇਦਾਰ ਆ ਨਾ, ਜਿਹੜੇ ਬਾਬਰ ਦੇ ਸਿਪਾਹੀ ਨੇ, ਉਹਨਾਂ ਨੇ ਜਾ ਕੇ ਬਾਬਰ ਨੂੰ ਕਿਹਾ ਵੀ ਇੱਕ ਬੰਦਾ, ਉਹਦੇ ਨਾਲ ਇੱਕ ਰਬਾਬ ਵਜਾਉਣ ਵਾਲਾ, 2 ਵਿਅਕਤੀ ਨੇ, ਉਹਨਾਂ ਨੇ ਇੰਨੇ ਸੋਹਣੇ ਢੰਗ ਦੇ ਨਾਲ ਜਿਹੜੇ ਜੇਲ੍ਹ ਵਿੱਚ ਤੂੰ ਦੁਖੀ ਕਰਨ ਦੇ ਲਈ ਲੋਕ ਬਹਾਏ ਆ ਨਾ, ਉਹਨਾਂ ਨੂੰ ਤਕਲੀਫ ਦੇਣ ਦੇ ਲਈ ਚੱਕੀਆਂ ਵੀ ਫੜਾਈਆਂ ਨੇ, ਉਹਨਾਂ ਨੂੰ ਤਾਂ ਉਹਨੇ ਇੰਨੇ ਧਿਆਨ ਦੇ ਨਾਲ ਕੀਲਿਆ ਗਾ, ਉਹ ਸਾਰੇ ਖੁਸ਼ ਨੇ, ਨਾਰਾਜ਼ ਕੋਈ ਨਹੀਂ ਉਹਨਾਂ 'ਚ। ਬਾਬਰ ਨੇ ਸੋਚਿਆ ਜਿਹਾ ਕੌਣ ਆ, ਜਦੋਂ ਆ ਕੇ ਵੇਖਿਆ ਨਾ ਤੇ ਸੱਚ ਜਾਣਿਓ ਬਾਬਰ ਨੇ ਹੱਥ ਬੰਨ੍ਹ ਲਏ। ਕਹਿੰਦੇ ਬਾਬਾ ਗੁਰੂ ਨਾਨਕ ਸਾਹਿਬ ਨਾਲ ਗੱਲਬਾਤ ਕਰਕੇ ਨਾ, ਮੁਲਾਕਾਤ ਕਰਕੇ ਹੱਥ ਬੰਨ੍ਹ ਲਏ। ਕਹਿੰਦੇ ਬਾਬਾ ਤੂੰ ਚਲਾ ਜਾ। ਹੁਣ ਬਾਬਾ ਇਹ ਕਹਿੰਦਾ ਮੈਂ ਨਹੀਂ ਜਾਣਾ, ਕਹਿੰਦਾ ਨਾਲੇ ਸਾਰੇ ਜਾਣਗੇ। ਆਪਣਾ ਕੰਮ ਮਤਲਬ ਮਕਸਦ ਕੀ ਸੀ, ਜਿਹੜੀ ਗੱਲ ਕੀਤੀ ਆ ਵੀ ਗੁਰੂ ਹਰਗੋਬਿੰਦ ਸਾਹਿਬ ਨਾਲੋਂ ਪਹਿਲਾਂ ਤਾਂ ਫਿਰ ਗੁਰੂ ਨਾਨਕ ਸਾਹਿਬ ਵੀ ਬਾਬਰ ਦੀ ਕੈਦ ਵਿੱਚੋਂ ਇੱਕ ਨਹੀਂ ਅਨੇਕਾਂ ਨੂੰ ਲੈ ਕੇ ਆਏ ਨੇ। ਪਰ ਉਦੋਂ ਦਰਬਾਰ ਸਾਹਿਬ ਦੀ ਸਥਾਪਨਾ ਨਹੀਂ ਸੀ ਹੋਈ, ਪਰ ਉਦੋਂ ਦੀਵਾ ਕਿਸੇ ਨੇ ਨਹੀਂ ਸੀ ਬਾਲਿਆ। ਤੇ ਉਦੋਂ ਫਿਰ ਗੁਰੂ ਨਾਨਕ ਸਾਹਿਬ ਵੱਲ ਸਾਡਾ ਧਿਆਨ ਕਿਉਂ ਨਹੀਂ ਜਾਂਦਾ ਹੈਗਾ ਵੀ ਉਹ ਵੀ ਬੰਦੀ ਛੋੜ ਆ। ਅਸੀਂ ਫਿਰ ਲక్ష్ਮੀ ਦੀ ਪੂਜਾ ਜਾਂ ਅਣਮਤੀ ਪੂਜਾ ਦੇ ਵਿੱਚ ਕਿਉਂ ਪੈ ਗਏ, ਇਹਦਾ ਕਾਰਨ ਕੀ ਆ? ਅਸੀਂ ਅਜੇ ਬੰਧਨਾਂ ਤੋਂ ਮੁਕਤ ਨਹੀਂ ਹੋਏਗੇ। ਬਾਬਾ ਨਾਨਕ ਤਾਂ ਭਾਈ ਜੇਲ੍ਹਾਂ ਵਿੱਚ ਬੈਠਿਆਂ ਨੂੰ ਵੀ ਬੰਧਨਾਂ ਤੋਂ ਮੁਕਤ ਕਰਦਾ ਤੇ ਘਰਾਂ ਵਿੱਚ ਬੈਠਿਆਂ ਨੂੰ ਵੀ ਬੰਧਨਾਂ ਤੋਂ ਮੁਕਤ ਕਰ ਦਿੰਦਾ ਗਾ। ਬੰਧਨ ਕੀ ਨੇ? ਸਾਡਾ ਪਰਿਵਾਰ। ਬੰਧਨ ਕੀ ਨੇ? ਸਾਡੀ ਡਿਊਟੀ। ਬੰਧਨ ਸਾਡੇ ਕੰਮ। ਬੰਧਨ ਸਾਡੇ ਜਿੰਨੇ ਵੀ ਇਰਦ ਗਿਰਦ ਰਹਿਣ ਵਾਲੇ ਲੋਕ ਨੇ, ਸਾਡੇ ਲਈ ਸਭ ਕੁਛ ਬੰਧਨ ਨੇ। ਬੰਧਨ ਆ ਨਾ, ਪਰ ਇਹ ਬੰਧਨਾਂ ਤੋਂ ਮੁਕਤ ਕਿਵੇਂ ਹੋਵਾਂਗੇ? ਜਦੋਂ ਆਪਾਂ ਗੁਰੂ ਨਾਲ ਜੁੜ ਗਏ। ਜਦੋਂ ਆਪਾਂ ਗੁਰੂ ਨਾਲ ਜੁੜ ਗਏ ਨਾ, ਉਦੋਂ ਬੰਧਨਾਂ ਤੋਂ ਕਈ ਵਾਰ ਪਰਿਵਾਰ ਦੇ ਵਿੱਚ ਰਹਿੰਦਾ ਉਹ ਬੰਦਾ ਦੁਖੀ ਹੋਇਆ, ਕਹਿੰਦਾ ਨਾ ਕਿੱਥੇ ਮੈਂ ਇਸ ਪਰਿਵਾਰ ਵਿੱਚ ਫਸ ਗਿਆ। ਆਪਣੀ ਡਿਊਟੀ ਤੇ ਹੀ ਬੰਦਾ ਕੀ ਕਹਿੰਦਾ, ਕਿੱਥੇ ਵੇ ਫਸ ਗਿਆ। ਜਿੱਦੇ ਮਿਲੀ ਨਹੀਂ ਸੀ ਨਾ ਉਹਦੇ ਮਿੰਨਤਾਂ ਕਰਦਾ ਸੀ, ਅੱਜ ਕਹਿੰਦਾ ਕਿੱਥੇ ਫਸ ਗਿਆ। ਡਿਊਟੀ ਵੀ ਬੰਧਨ ਬਣ ਗਈ। ਪਰ ਜਦੋਂ ਗੁਰੂ ਨਾਲ ਜੁੜ ਗਏ ਨਾ, ਫਿਰ ਗੁਰੂ ਸਾਨੂੰ ਅਨੇਕਾਂ ਹੀ ਬੰਧਨਾਂ ਤੋਂ ਭਾਈ ਮੁਕਤ ਕਰ ਦਿੰਦਾ ਗਾ। ਉਹ ਗੁਰੂ ਦਾ ਮੁਕਤ ਕਰਨ ਵਾਲਾ ਕਾਰਜ ਕੀ ਆ? ਸਾਡੇ ਅੰਦਰ ਉਹ ਗਿਆਨ ਦਾ ਦੀਵਾ ਬਾਲ ਦਿੰਦਾ ਹੈ। ਸਾਡੇ ਅੰਦਰ ਉਹ ਅਗਿਆਨਤਾ ਦੇ ਦੀਵੇ ਨੂੰ ਬੁਝਾ ਦਿੰਦਾ, ਉਹ ਤਾਂ ਬੁਝੇ ਵੀ ਆ, ਤੇ ਗਿਆਨ ਦਾ ਦੀਵਾ ਬਾਲ ਦਿੰਦਾ ਗਾ। ਤਾਈਓ ਭਾਈ ਗੁਰਦਾਸ ਵਰਗਿਆਂ ਨੇ ਕਿਹਾ ਗਾ, ਸਤਿਗੁਰ ਬੰਦੀ ਛੋੜ ਹੈ। ਮੇਰਾ ਗੁਰੂ ਨਾ ਬੰਦੀ ਛੋੜ ਹੈ। ਫਿਰ ਕੀ ਹੈ? ਜੀਵਨ ਮੁਕਤ ਕਰੇ
ਉਹ ਡੀਣਾ ਉਹ ਤਾਂ ਸਾਨੂੰ ਜੀਵਨ ਵਿੱਚ ਮੁਕਤੀ ਦੇ ਦਿੰਦਾ ਹੈ। ਫਿਰ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਵੀ ਇੱਕ ਦਿਨ ਭਾਈ ਕੈਦ ਵਿੱਚ ਜਾਂਦੇ ਵੀ ਆ ਤੇ ਰਿਹਾ ਹੋ ਕੇ ਬਾਹਰ ਵੀ ਆਉਂਦੇ ਆ। ਆਪਾਂ ਨੂੰ ਪਤਾ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗ੍ਰਿਫਤਾਰੀ ਧਮਧਾਨ ਸਾਹਿਬ ਤੋਂ ਹੋਈ ਹੈਗੀ ਤੇ ਗੁਰੂ ਸਾਹਿਬ ਨੂੰ ਉੱਥੋਂ ਪਕੜ ਕੇ ਵੀ ਲਗਾਏ ਤੇ ਬਾਅਦ ਵਿੱਚ ਰਿਹਾ ਵੀ ਹੁੰਦੇ ਨੇ। ਫਿਰ ਉਦੋਂ ਇਹ ਸਿਸਟਮ ਅੱਜ ਵਾਲਾ ਕਿਉਂ ਨਹੀਂ ਸੀ ਕੀਤਾ ਗਿਆ? ਕੇਵਲ ਇਹ ਇੱਕ ਗੱਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਕਿਉਂ ਜੋੜੀ ਗਈ? ਜੋੜਨ ਦਾ ਕਾਰਨ ਉਹ ਆਪਾਂ ਪਹਿਲਾਂ ਸੁਣ ਲਿਆ। ਉਦੋਂ ਖੁਸ਼ੀ ਦਾ ਮੁੱਖ ਮਕਸਦ ਸੀ ਤੇ ਉਦੋਂ ਬਾਅਦ ਮਹੰਤਾਂ ਨੇ ਸਾਡੇ ਨਾਲ ਚਾਲ ਖੇਡੀ ਤੇ ਉਹ ਚਾਲ ਨੂੰ ਅਸੀਂ ਸਮਝ ਨਹੀਂ ਸਕੇਗੇ। ਅਸੀਂ ਉਸ ਅਨਮਤ ਪੂਜਾ ਵਿੱਚ ਲੱਗ ਗਏ ਹਾਂ, ਮਨਮਤੀ ਕਰਮ ਕਰਨ ਅਸੀਂ ਲੱਗ ਗਏ ਹਾਂ। ਇਸ ਦਿਨ ਤੇ ਵਿਸ਼ੇਸ਼ ਕਰਮ ਕਰਨੇ ਸ਼ੁਰੂ ਕਰ ਦਿੱਤੇ। ਘਰ ਦੀ ਸਫਾਈ ਕਰਨੀ ਕੋਈ ਗੁਨਾਹ ਨਹੀਂ, ਵੈਸੇ ਤਾਂ ਘਰ ਬਹੁਤ ਸਾਫ਼ ਨੇ, ਸਾਡੇ ਸੋਹਣੇ ਨੇ ਸਭ ਦੀ, ਚਲੋ ਫਿਰ ਵੀ ਕੋਈ ਗੁਨਾਹ ਨਹੀਂ ਹੈ। ਪਰ ਇਸ ਦਿਨ ਤਾਂ ਆਪਾਂ ਨੂੰ ਪਤਾ ਨਾ ਮੜੀਆਂ ਮਸਾਣਾ ਕਬਰਾਂ ਹੋਰ ਪਤਾ ਨਹੀਂ ਕਿੰਨੀ ਕੁ ਅਣਮੱਤੀ ਪੂਜਾ ਕੀਤੀ ਜਾਂਦੀ ਆ। ਬੰਦਾ ਇਸ ਦਿਨ ਤਾਂ ਮੰਦਰ ਮਸਜਿਦ ਗੁਰਦੁਆਰੇ ਵੀ ਸਪੈਸ਼ਲ ਤੌਰ 'ਤੇ ਦਾਨ ਕਰਦਾ, ਸਪੈਸ਼ਲ ਤੌਰ 'ਤੇ ਮਠਿਆਈ ਚੜਾਉਂਦਾ, ਸਪੈਸ਼ਲ ਤੌਰ 'ਤੇ ਭੋਜਨ ਚੜਾ ਕੇ ਆਉਂਦਾ ਗਾ। ਇਹ ਸਭ ਕੀ ਆ? ਬੰਧਨ ਆ। ਜੇ ਨਹੀਂ ਬੰਧਨ ਹੈ ਤਾਂ ਦੱਸ ਦਿਓ। ਬੰਧਨ ਹੀ ਹੈ ਨਾ। ਘਰ ਦੇ ਵਿੱਚ ਭਾਵੇਂ ਸਾਲ ਭਰ ਕਿਸੇ ਬੱਚੇ ਨੂੰ ਦੁੱਧ ਦੀ ਘੁੱਟ ਨਹੀਂ ਮਿਲੀ, ਪਰ ਅੱਜ ਵਾਲੇ ਦਿਨ ਖੀਰ ਬਣਾਉਣੀ ਹੀ ਬਣਾਉਣੀ ਆ, ਮਹੰਤ ਨੂੰ ਖਵਾਉਣੀ ਹੀ ਖਵਾਉਣੀ ਆ, ਪੁਜਾਰੀ ਨੂੰ ਖਵਾਉਣੀ ਹੀ ਖਵਾਉਣੀ ਆ। ਸੋਚ ਕੇ ਤੇ ਬੰਧਨ ਆ ਨਾ। ਤੇ ਗੁਰੂ ਇਹਨਾਂ ਬੰਧਨਾਂ ਤੋਂ ਭਾਈ ਸਾਨੂੰ ਕੱਟਦਾ ਹੈਗਾ। ਜਿੱਦੇ ਸਾਡੇ ਅੰਦਰ ਗਿਆਨ ਦਾ ਦੀਵਾ ਬਲ ਪਿਆ, ਅਸੀਂ ਆਪਣੀ ਕਿਰਤ ਵਿੱਚ ਜੁੜ ਗਏ, ਕਿਰਤ ਵਿੱਚ ਲੀਨ ਹੋਇਆ ਬੰਦਾ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਸੋ ਗੁਰੂ ਭਲਾ ਕਰੇ ਆਪਾਂ ਵੀ ਭਾਈ ਇੱਦਾਂ ਗੁਰੂ ਨਾਲ ਜੁੜ ਕੇ ਵਿਸ਼ੇ ਵਿਕਾਰਾਂ ਤੋਂ, ਮਾੜੇ ਕੰਮਾਂ ਤੋਂ, ਇਹਨਾਂ ਬੰਧਨਾਂ ਤੋਂ ਮੁਕਤ ਹੋਈਏ। ਤੇ ਗੁਰੂ ਸਾਹਿਬ ਜੀ ਨੇ ਇੱਥੇ ਕੇਵਲ 52 ਨਹੀਂ, ਅਨੇਕਾਂ 118 ਦਾ ਜ਼ਿਕਰ ਵੀ ਆਉਂਦਾ, ਵੱਧ ਦਾ ਜ਼ਿਕਰ ਵੀ ਆਉਂਦਾ, ਅਨੇਕਾਂ ਰਾਜਿਆਂ ਨੂੰ ਰਿਹਾ ਕਰਵਾਇਆ ਸੀ। 52 ਕਲੀਆਂ ਵਾਲਾ ਤਾਂ ਗੁਰੂ ਸਾਹਿਬ ਦੇ ਚੋਲਾ ਪਹਿਨਿਆ ਹੋਇਆ ਸੀ। ਭਾਵ ਉਹ ਜਿੰਨੇ ਵੀ ਕਲੀਆਂ ਪਕੜ ਕੇ ਨਾਲ ਚੋਲੇ ਦੇ ਲੜ ਪਕੜ ਕੇ ਆ ਗਏ, ਉਹ 52 ਤੇ ਨਾਲ ਹੋਰ ਵੀ ਅਨੇਕਾਂ ਆ ਗਏ ਸਨ। ਇੱਥੇ ਇੱਕ ਨਹੀਂ, ਗੁਰੂ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਵੀ ਮੈਂ ਕਿਸੇ ਨੂੰ ਬੰਧਨ ਤੋਂ ਮੁਕਤ ਨਹੀਂ ਕਰਨਾ, ਕਿਸੇ ਨੂੰ ਰਿਹਾ ਨਹੀਂ ਕਰਾਉਣਾ। ਅੱਜ ਸਾਡੀ ਸੋਚ ਕੈਦ ਵਿੱਚ ਪਕੜੀ ਹੋਈ ਆ, ਬੰਦੇ ਦੀ ਕੈਦ 'ਚ ਆ, ਮਨਮਤੀ ਪੂਜਾ ਦੀ ਕੈਦ 'ਚ ਆ, ਬੁਰੇ ਕੰਮਾਂ ਦੀ ਕੈਦ ਵਿੱਚ ਹੈ। ਤੇ ਗੁਰੂ ਸਾਡੀ ਅੱਜ ਸੋਚ ਨੂੰ ਇਹ ਬੰਧਨ ਦੇ ਵਿੱਚੋਂ ਬਾਹਰ ਕੱਢਦਾ ਗਾ। ਜੇ ਆਪਾਂ ਕਢਵਾਉਣਾ ਚਾਹੀਏ ਤਾਂ ਦੀਵਾਲੀ ਦੀ ਰਾਤ ਦੀਵੇ ਬਾਲੀ ਹਨ ਦਾ ਅਰਥ ਕੀ ਆ? ਆਪਣੇ ਅੰਦਰ ਹਨੇਰੀ ਰਾਤ ਆ ਜਿਹੜੀ ਅਗਿਆਨਤਾ ਦੀ ਹਨੇਰੀ ਰਾਤ ਵਿੱਚ ਗਿਆਨ ਦਾ ਦੀਵਾ ਅਸੀਂ ਬਾਲਣਾ ਗਾ। ਆਪਣੀ ਅੰਦਰ ਅਗਿਆਨਤਾ ਦੀ ਹਨੇਰੀ ਰਾਤ ਵਿੱਚ, ਅਮਾਵਸ ਮੱਸਿਆ ਵਾਲੀ ਸਾਰੀ ਰਾਤ ਹਨੇਰੀ ਰਾਤ ਹੁੰਦੀ ਹੈ ਨਾ, ਤੇ ਇਹ ਦਿਨ ਮੱਸਿਆ ਵਾਲੇ ਦਿਨ ਦੇ ਨਾਲ ਜੁੜਿਆ ਹੋਇਆ ਹੈਗਾ, ਮੱਸਿਆ ਵਾਲੀ ਰਾਤ ਦੇ ਨਾਲ ਜੁੜਿਆ ਹੋਇਆ ਹੈਗਾ। ਤੇ ਹੁਣ ਸੋਚ ਕੇ ਵੇਖੋ, ਇਸ ਦਿਨ ਦੀਵਾ ਬਾਲਿਆ ਗਿਆ ਤੇ ਗੁਰੂ ਸਾਹਿਬ ਨੇ ਇਸੇ ਦਿਨ ਨਾਲ ਸੰਬੰਧਿਤ ਅਮਾਵਸ ਵਾਲਾ ਦਿਨ ਆ ਜਿਹੜਾ ਉਹ ਸਾਡੇ ਅੰਦਰ ਨੂੰ ਕਿਹਾ ਗਾ ਵੀ ਸਾਡੇ ਅੰਦਰ ਅਗਿਆਨਤਾ ਦੀ ਅਮਾਵਸ ਹਨੇਰੀ ਰਾਤ ਹੈ, ਇਹਦੇ ਵਿੱਚ ਭਾਈ ਅਸੀਂ ਗਿਆਨ ਦਾ ਦੀਵਾ ਬਾਲਣਾ ਹੈ। ਉਹ ਗਿਆਨ ਦੇ ਦੀਵੇ ਨੇ ਸਾਨੂੰ ਬਾਬਰ ਦੀ ਕੈਦ ਵਿੱਚੋਂ ਵੀ ਛਡਵਾ ਦੇਣਾ, ਉਹ ਗਿਆਨ ਦੇ ਦੀਵੇ ਨੇ ਸਾਨੂੰ ਗਵਾਲੀਅਰ ਦੀ ਕੈਦ ਵਿੱਚੋਂ ਵੀ ਛਡਵਾ ਦੇਣਾ, ਉਹ ਗਿਆਨ ਦੇ ਦੀਵੇ ਨੇ ਸਾਨੂੰ ਔਰੰਗਜ਼ੇਬ ਦੀ ਕੈਦ ਵਿੱਚੋਂ ਵੀ ਛਡਵਾ ਦੇਣਾ, ਤੇ ਉਸੇ ਗਿਆਨ ਦੇ ਦੀਵੇ ਨੇ ਸਾਨੂੰ ਵਿਸ਼ੇ ਵਿਕਾਰਾਂ ਦੀ, ਅਗਿਆਨਤਾ ਦੀ ਮੱਤ ਵਿੱਚੋਂ ਵੀ ਛਡਵਾ ਦੇਣਾ, ਜੇ ਆਪਾਂ ਛਡਵਾਉਣਾ ਚਾਹੀਏ ਤਾਂ। ਦੀਵਾਲੀ ਦੀ ਰਾਤ ਦੀਵੇ ਬਾਲੀ ਹਨ, ਦੀਵਾਲੀ ਦੀ ਰਾਤ ਸਾਡੇ ਅੰਦਰ ਨੂੰ ਕਿਹਾ ਤੇ ਦੀਵਾ ਗਿਆਨ ਦਾ ਬਾਲਣਾ ਹੈ। ਜਦੋਂ ਇਹ ਸ਼ਬਦ ਆਪਾਂ ਪੜ੍ਹਦੇ ਸੁਣਦੇ ਹਾਂ, ਸਾਡਾ ਕੇਵਲ ਤੇ ਕੇਵਲ ਜਿਹੜਾ ਧਿਆਨ ਆ ਉਹ ਇੱਥੇ ਆ ਕੇ ਜੁੜ ਜਾਂਦਾ। ਇਹ ਸਾਡੇ ਇਤਿਹਾਸ ਨਾਲ ਜੁੜੀ ਹੋਈ ਆਪਾਂ ਸੰਖੇਪ ਵਿਚਾਰ ਕੀਤੀ ਹੈ। ਤੇ ਦੂਜੀ ਵਿਚਾਰ ਇਹ ਅਯੁੱਧਿਆ ਤੋਂ ਆਏ ਹੋਏ ਰਾਮ ਨਾਲ ਜੁੜੀ ਹੋਈ ਆ। ਚਲੋ ਮੰਨ ਲਓ ਇੱਕ ਬੰਦਾ ਘਰੋਂ ਲੜ ਕੇ ਨਿਕਲ ਗਿਆ, ਉਹ ਪਿੰਡ ਦਾ ਮਸਲਾ ਥੋੜ੍ਹੀ ਹੈ ਨਾ, ਘਰ ਦਾ ਮਸਲਾ ਹੀ ਹੈ ਨਾ। ਉਹਦਾ ਘਰੋਂ ਲੜ ਕੇ ਗਿਆ ਤੇ ਘਰੇ ਵਾਪਸ ਆਉਣਾ, ਪਿੰਡ ਨੂੰ ਕੋਈ ਕਮੀ ਨਹੀਂ ਹੈ, ਲੜਕੇ ਵਗ ਗਿਆ ਕੋਈ ਘਾਟਾ ਨਹੀਂ, ਤੇ ਜੇ ਘਰੇ ਮੁੜਿਆ ਆ ਨਾ ਤੇ ਪਿੰਡ ਨੂੰ ਕੋਈ ਲਾਭ ਨਹੀਂ ਹੈ। ਰਾਮਚੰਦਰ ਘਰੋਂ ਲੜ ਕੇ ਜਾਂਦਾ, ਚਲੋ ਉਹਨਾਂ ਦਾ ਨਿੱਜੀ ਮਸਲਾ, ਕੁਰਸੀ ਦਾ ਮਸਲਾ ਗਾ,
ਤੇ ਉਹ ਘਰੋਂ ਗਿਆ ਗਾ, ਉਹ ਪਿੰਡ ਨੂੰ ਜਾਂ ਸਮਾਜ ਨੂੰ ਕੋਈ ਵੀ ਫਰਕ ਨਹੀਂ ਪੈਂਦਾ, ਉਹਨਾਂ ਦੇ ਘਰ ਦਾ ਮਸਲਾ। ਤੇ ਜੇ 14 ਸਾਲਾਂ ਬਾਅਦ ਘਰੇ ਵਾਪਸ ਆਉਂਦਾ ਤਾਂ ਫਿਰ ਵੀ ਕੋਈ ਪਿੰਡ ਨੂੰ ਲਾਭ ਨਹੀਂ ਹੈ। ਤੇ ਇਹ ਆਪਾਂ ਗੱਲ ਪਹਿਲਾਂ ਸਮਝ ਲਈ ਵੀ ਸਾਡੇ ਤੇ ਜਿਵੇਂ ਮਹੰਤ ਭਾਰੂ ਆ ਨਾ, ਤੇ ਇਵੇਂ ਜਿਵੇਂ ਜਿਹੜਾ ਪੁਜਾਰੀ ਆ, ਉਹ ਪੁਜਾਰੀ ਕੋਈ ਵੀ ਹੋ ਸਕਦਾ, ਪੁਜਾਰੀ ਸਾਂਝਾ ਲਫ਼ਜ਼ ਆ। ਚਲੋ ਜਦੋਂ ਆਪਾਂ ਬ੍ਰਾਹਮਣ ਦੀ ਗੱਲ ਕਰਦੇ ਹਾਂ ਤਾਂ ਸਾਡਾ ਧਿਆਨ ਕਿਸੇ ਜਾਤ ਤੇ ਵਗ ਜਾਂਦਾ, ਜਾਤ ਤੇ ਨਹੀਂ ਲੈ ਕੇ ਜਾਣਾ। ਭਾਈ ਮਨੀ ਸਿੰਘ ਵਰਗੇ ਜਿਹੜੇ ਦੀਵਾਲੀ ਵਾਲੇ ਦਿਨ ਸਰਬੱਤ ਖਾਲਸਾ ਬੁਲਾਉਂਦੇ ਨਾ, ਉਹ ਬ੍ਰਾਹਮਣਾਂ ਦੇ ਪੁੱਤਰ ਹੀ ਨੇਗੇ। ਭਾਵ ਕੀ ਇੱਥੇ ਪੁਜਾਰੀ ਹੈ ਜਿਹੜਾ, ਉਹ ਭਾਈ ਬਹੁਤ ਜ਼ਿਆਦਾ ਸਤਰ ਦਿਮਾਗ ਦਾ ਹੁੰਦਾ। ਸੌਖਾ ਸਮਝ ਲਓ ਵੀ ਜਿਹੜਾ ਮੰਗ ਕੇ ਖਾਣਾ ਗਿੱਝ ਗਿਆ ਨਾ, ਮਤਲਬ ਜਿਹਨੂੰ ਹੱਥ ਅੱਡਿਆਂ ਤੋਂ ਮਿਲਣ ਲੱਗ ਗਿਆ, ਤੇ ਉਹ ਕੰਮ ਕਦੇ ਕਰਕੇ ਰਾਜੀ ਨਹੀਂ ਹੁੰਦਾ ਗਾ, ਤੇ ਨਾ ਹੀ ਉਹ ਕੰਮ ਕਰੇ ਤੇ ਨਾ ਹੀ ਕਰਨ ਦੀ ਗੱਲ ਕਿਸੇ ਨੂੰ ਕਰਨ ਦੇਵੇ। ਜਿੰਨਾ ਮਰਜ਼ੀ ਮੂਹਰਲਾ ਬੰਦਾ ਉਹਨੂੰ ਸਮਝਾਈ ਜਾਵੇ, ਤੂੰ ਕੰਮ ਕਰ ਲੈ, ਐਂ ਕਰ ਲੈ, ਜਾਓ ਕਰ ਲੈ, ਐਡਾ ਵੱਡਾ ਗਾ, ਮੋਟਾ ਡਾਢਾ, ਨਾ ਨਾ, ਉਹ ਇਸ ਗੱਲ ਤੇ ਆਉਣ ਨਹੀਂ ਦਿੰਦਾ। ਉਹਦਾ ਦਿਮਾਗ ਸਤਰ ਆ। ਤੇ ਜਿਹੜੇ ਬੰਦੇ ਨੂੰ ਸਾਡੇ ਘਰ ਵਿੱਚ ਕੋਈ ਮਰ ਗਿਆ ਤਾਂ ਵੀ ਖਾਣ ਨੂੰ ਮਿਲ ਗਿਆ, ਸਾਡੇ ਘਰ ਵਿੱਚ ਜੰਮ ਪਿਆ ਤਾਂ ਵੀ ਪੁਜਾਰੀ ਨੂੰ ਖਾਣ ਨੂੰ ਮਿਲ ਗਿਆ, ਸਾਡੇ ਘਰੇ ਵਿਆਹ ਗਾ ਤਾਂ ਵੀ ਪੁਜਾਰੀ ਨੂੰ ਖਾਣ ਨੂੰ ਮਿਲ ਗਿਆ, ਫਿਰ ਉਹ ਬੰਦੇ ਨੂੰ ਕੰਮ ਕਰਨ ਦੀ ਕੀ ਲੋੜ ਆ? ਆਪਾਂ ਪਹਿਲਾਂ ਗੱਲ ਸੁਣੀ ਸੀ ਨਾ ਵੀ ਚੋਰ ਨੇ ਚੋਰੀ ਕਰਨੀ ਆ, ਆਪਾਂ ਮੰਨ ਲਿਆ ਵੀ ਕੰਧਾਂ ਬੜੀਆਂ ਉੱਚੀਆਂ ਨੇ, ਜਿੰਦੇ ਅਸੀਂ 2-2 ਲਾਤੇ, ਡਬਲ ਜਿੰਦੇ ਲਾਤੇ ਨਾ, ਤੇ ਜਿਹਨੇ ਚੋਰੀ ਕਰਨੀ ਆ ਨਾ, ਉਹ ਤਾਂ ਭਾਈ ਜਿੰਨੀਆਂ ਮਰਜ਼ੀ ਕੰਧਾਂ ਉੱਚੀਆਂ ਹੋਣ, ਜਿੰਨੇ ਮਰਜ਼ੀ ਡਬਲ ਜਿੰਦੇ ਹੋਣ, ਉਹ ਤਾਂ ਬਿਉਂ ਤਗਲਾ ਬਣਾਈ ਬੈਠਾ। ਉਹਦਾ ਦਿਮਾਗ ਸਾਡੇ ਨਾਲੋਂ ਵੱਧ ਕੇ ਆ। ਇਸ ਕਰਕੇ ਜਿਹੜਾ ਪੁਜਾਰੀ ਆ ਨਾ, ਉਹਨੇ ਸਾਡੇ 'ਚ ਜੋ ਘੁਸਪੈਠ ਕੀਤੀ ਆ, ਉਹਦਾ ਦਿਮਾਗ ਸਾਡੇ ਨਾਲੋਂ ਭਾਈ ਜ਼ਿਆਦਾ ਗਾ, ਉਹ ਸਾਡੀਆਂ ਗੱਲਾਂ ਵਿੱਚ ਕਦੇ ਨਹੀਂ ਆਵੇਗਾ। ਹੁਣ ਇੱਥੇ ਆਪਾਂ ਵਿਚਾਰ ਕੀ ਸੀ ਵੀ ਉਹ ਇੱਕ ਘਰ ਦਾ ਮਸਲਾ ਗਾ। ਚਲੋ ਠੀਕ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਨਾ ਕਿੱਥੇ ਗੱਲ ਜੁੜ ਗਈ, ਉਹ ਆਉਣ ਵਾਲੇ ਟਾਈਮ ਦੇ ਵਿੱਚ ਗੱਲ ਜੁੜ ਗਈ, ਉਹਨੂੰ ਧਰਮੀ ਮੰਨ ਲਿਆ ਸੀ, ਰਾਜੇ ਦੇ ਪੁੱਤ ਨੂੰ ਅਸੀਂ ਧਰਮੀ ਮੰਨ ਲਿਆ, ਉਹਨਾਂ ਦੇ ਘਰ ਦੇ ਮਸਲੇ ਨੂੰ ਅਸੀਂ ਸਮਾਜ ਦਾ ਮਸਲਾ ਬਣਾ ਲਿਆ, ਘਰ ਦੇ ਮਸਲੇ ਨੂੰ ਅਸੀਂ ਦੁਨੀਆ ਦਾ ਮਸਲਾ ਬਣਾ ਕੇ ਦੁਨੀਆ ਵਿੱਚ ਪੇਸ਼ ਕਰ ਦਿੱਤਾ। ਵੀ ਇਸ ਦਿਨ ਅਯੁੱਧਿਆ ਤੋਂ ਭਾਈ ਰਾਮ ਚੰਦਰ ਵਾਪਸ ਆਇਆ ਸੀ, ਤਾਂ ਕਰਕੇ ਲੋਕਾਂ ਨੇ ਦੀਵੇ ਬਾਲੇ। ਠੀਕ ਆ, ਉਹਦੇ ਘਰ ਦੇ ਪਰਿਵਾਰ ਦੇ ਮੈਂਬਰ ਦੀਵੇ ਬਾਲ ਸਕਦੇ ਆ। ਵੈਸੇ ਤਾਂ ਮੇਰੇ ਖਿਆਲ ਮੁਤਾਬਕ ਜੇ ਉਦੋਂ ਤੱਕ ਉਹਦੀ ਕਈ ਮਾਂ ਜਿਉਂਦੀ ਆ ਨਾ, ਤੇ ਉਹ ਦੀਵਾ ਕਿੱਥੇ ਬਲਣ ਦੇਵੇਗੀ? ਉਸਨੇ ਘਰੋਂ ਕਢਾਇਆ ਨਾ। ਉਦਾਂ ਮੰਨਿਆ ਜਾਂਦਾ ਵੀ ਰਾਜੇ ਦੇ 3 ਰਾਣੀਆਂ ਸੀ, ਇੱਕ ਦੇ 2 ਬੱਚੇ ਸੀ, ਇੱਕ ਦੇ 2 ਦੇ ਇੱਕ ਬੱਚਾ ਸੀ। ਇੱਕ ਨੇ ਸੋਚਿਆ ਵੀ ਜੇ ਰਾਮ ਵੱਡਾ ਗਾ ਤੇ ਪਿਓ ਮਰ ਗਿਆ ਨਾ, ਤੇ ਇਹਨੂੰ ਗੱਦੀ ਮਿਲੂਗੀ, ਤੇ ਇਹਨੂੰ ਗੱਦੀ ਮਿਲਣ ਤੋਂ ਪਹਿਲਾਂ ਉਹਨੂੰ ਮੈਂ ਘਰੋਂ ਕਢਵਾ ਦਾਂ। ਹੁਣ ਉਹ ਮਾਂ ਘਰ 'ਚ ਹੀ ਆ ਨਾ, ਮਾਸੀ ਕਹਿ ਲਓ, ਚਾਚੀ ਕਹਿ ਲਓ, ਮਾਂ ਕਹਿ ਲਓ, ਘਰ 'ਚ ਹੀ ਆ ਨਾ, ਜਿਹੜੀ ਨੇ ਸੋਚ ਕੇ ਘਰੋਂ ਕਢਵਾਇਆ ਗਾ। ਤੇ ਜਿੱਦੇ ਘਰੇ ਵਾਪਸ ਮੁੜਿਆ ਹੋਊਗਾ, ਜੇ ਤਾਂ ਮਰ ਗਈ ਹੋਈ ਤਾਂ ਕਹਿਣਾ ਕੀ ਆ, ਜੇ ਨਾ ਮਰੀ ਹੋਈ ਤਾਂ ਉਹ ਦੀਵੇ ਥੋੜ੍ਹੀ ਬਲਣ ਦੇਊਗੀ। ਲੋਕਾਂ ਨੇ ਦੀਵੇ ਬਾਲ ਲਏ ਹੋਣਗੇ, ਉਹਨੇ ਨਹੀਂ ਬਲਣ ਦਿੱਤੇ ਹੋਣੇ ਅਗਲੀ ਨੇ, ਵੀ ਇਹ ਤਾਂ ਫਿਰ ਉੱਡਾ ਲੱਗ ਗਿਆ। ਕਹਿਣ ਤੋਂ ਭਾਵ ਇੱਕ ਘਰ ਦੇ ਮਸਲੇ ਨੂੰ ਸਾਡੇ ਸਮਾਜ ਨੇ ਇੱਕ ਧਰਮ ਦਾ ਮਸਲਾ ਜਾਂ ਸਮਾਜ ਦਾ ਮਸਲਾ ਮੰਨ ਲਿਆ। ਉਹਦੇ ਨਾਲ ਸਾਡੇ ਲੋਕਾਂ ਨੂੰ ਕੋਈ ਫਰਕ ਨਹੀਂ ਹੈ। ਉਹ ਆਪਣੀ ਮੱਤ ਆ ਵੀ ਅਸੀਂ ਉਸ ਮਸਲੇ ਨੂੰ ਮੰਨਣਾ ਜਾਂ ਨਹੀਂ ਮੰਨਣਾ। ਫਿਰ ਇਹ ਦੋਵੇਂ ਦਿਨ ਇਕੱਠੇ ਕਿਵੇਂ ਹੋਏ? ਪੁਜਾਰੀ ਦੀ ਚਾਲ। ਵੈਸੇ ਹਰਗੋਬਿੰਦ ਸਾਹਿਬ ਮਹਾਰਾਜ ਨਾ ਗਵਾਲੀਅਰ ਦੇ ਕਿਲੇ ਵਿੱਚੋਂ, ਜੋ ਭਟਵਈਆਂ ਦੇ ਮੁਤਾਬਕ ਹੈਗਾ, ਮਾਘ ਵਿੱਚ ਘਰੇ ਆਏ ਨੇਗੇ, ਮਾਘ ਦੇ ਦਿਨਾਂ ਵਿੱਚ। ਤੇ ਇਹ ਦਿਨ ਕਦੋਂ ਮਨਾਇਆ ਗਿਆ? ਨਵੰਬਰ ਵਿੱਚ। ਅੱਜ ਕੱਲ੍ਹ ਮਤਲਬ ਕਿ ਜੋ ਚੱਲ ਰਿਹਾ ਹੈਗਾ ਕੱਤਾ ਜਾਂ ਮੱਘਰ, ਇਹਨਾਂ ਦਿਨਾਂ ਵਿੱਚ ਮਨਾਇਆ ਗਿਆ। ਸੋ ਇਸ ਕਰਕੇ ਵੀ ਜਿਹੜਾ ਰਲ ਗੱਡ ਆ ਨਾ, ਉਹ ਕਾਫੀ ਮਾਤਰਾ ਦੇ ਵਿੱਚ ਆ। ਚਲੋ ਆਪਾਂ ਉਹ ਸਾਰਾ ਕੁਝ ਛੱਡ ਕੇ ਪਾਸੇ ਕਰਕੇ ਇੱਕ ਗੱਲ ਵੇਖਣੀ ਆ ਵੀ ਆਪਾਂ ਆਪਣੇ ਅੰਦਰ ਗਿਆਨ ਦਾ ਦੀਵਾ ਬਾਲ ਲਈਏ। ਜਿਵੇਂ ਬਾਬੇ ਲਾਲੋਂ ਨੇ ਦੀਵਾ ਬਾਲਿਆ ਹੋਇਆ ਸੀ ਨਾ, ਤੇ ਬਾਬੇ ਨਾਨਕ ਨੇ ਜਾ ਕੇ ਨਾ ਲਾਲੋਂ ਦੇ ਪੈਰੀਂ ਹੱਥ ਲਾਏ। ਲੋਕ ਤਾਂ ਬਾਬੇ ਨਾਨਕ ਦੇ ਪੈਰੀਂ ਹੱਥ ਲਾਉਂਦੇ ਆ ਨਾ, ਗੁਰੂ ਨਾਨਕ ਸਾਹਿਬ ਉਲਟ ਗਿਆ ਨਾ। ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਭਾਵ ਉਹਨੂੰ ਜਾ ਕੇ ਫਤਿਹ ਬੁਲਾਈ, ਨਮਸਕਾਰ ਕੀਤੀ ਆ। ਉਹਨਾਂ ਦੇ ਅੰਦਰ ਦੀਵਾ ਬਲਦਾ ਸੀ, ਉਹ ਪਰਵਾਹ ਨਹੀਂ ਸੀ ਮੰਨੀ ਕਿਸੇ ਦੀ। ਕੋਈ ਕਿੰਨੇ ਵੀ ਮਤਲਬ ਕਿ ਆਪਣੇ ਦਮ ਤੇ ਹੈ। ਕਿਰਤੀ ਆ ਨਾ, ਕਿਰਤ ਦੇ ਨਾਲ ਰੱਬ ਨੂੰ ਮੰਨਣ ਵਾਲਾ। ਗੁਰੂ ਨਾਨਕ ਸਾਹਿਬ ਨੂੰ ਪਸੰਦ ਆ ਗਿਆ। ਫਿਰ ਗੁਰੂ ਨਾਨਕ ਸਾਹਿਬ 2 ਵਾਰੀ ਘਰੇ ਰਹੇ ਆ, ਮਰਦਾਨੇ ਸਮੇਤ ਭਾਈ ਲਾਲੋ ਦੇ। ਇੱਦਾਂ ਸਾਡੀ ਜ਼ਿੰਦਗੀ ਵਿੱਚ ਵੀ ਗਿਆਨ ਦਾ ਦੀਵਾ ਬਲ ਪਵੇ, ਅਸੀਂ ਆਪਣੀ ਕਿਰਤ ਵਿਰਤ ਕਰਦੇ ਹੋਈਏ ਉਸ ਪਰਮਾਤਮਾ ਦੇ ਨਾਲ ਜੁੜੀਏ, ਤੇ ਪਰਮਾਤਮਾ ਦੀ ਬਾਣੀ ਦਾ ਦੀਵਾ ਜਿਹੜਾ ਹੈ ਉਹ ਆਪਣੇ ਅੰਦਰ ਬਾਲਣ ਦੀ ਕੋਸ਼ਿਸ਼ ਕਰੀਏ। ਬਾਹਰੀ ਦੀਵਾ ਸਾਡੀ ਇੱਕ ਸਮਾਜਿਕ ਰੀਤ ਮੁਤਾਬਕ ਅਸੀਂ ਲਾ ਸਕਦੇ ਹਾਂ, ਸੁਗੰਧੀ ਵਾਸਤੇ ਲਾ ਸਕਦੇ ਹਾਂ, ਦੇਸੀ ਘਿਓ ਦਾ, ਤੇਲ ਦਾ, ਚਲੋ ਜੋ ਆਪਣੀ ਇੱਛਾ ਹੈਗੀ। ਪਰ ਉਹ ਦੀਵੇ ਨਾਲ ਸਾਡੀ ਪੂਜਾ ਵਾਲਾ ਕੋਈ ਸਿਸਟਮ ਨਹੀਂ ਜੁੜਿਆ। ਰੂੜੀਆਂ 'ਤੇ ਵੀ ਲਾਗੇ, ਘਰਾਂ 'ਚ ਵੀ ਲਾਗੇ, ਕਿੱਥੇ ਕਿੱਥੇ ਲਾਗੇ, ਉਹ ਆਪਾਂ ਸਾਰਾ ਕੁਝ ਜਾਣਦੇ ਹੈਗੇ।
ਭਾਵ ਕੀ ਆ ਵੀ ਗੁਰੂ ਸਾਹਿਬ ਨੇ ਸਾਡੇ ਅੰਦਰ ਗਿਆਨ ਦਾ ਦੀਵਾ ਬਾਲਿਆ ਹੈ। ਤਾਈਓ ਗੁਰੂ ਸਾਹਿਬ ਨੇ ਕਿਹਾ ਦੀਵਾਲੀ ਦੀ ਰਾਤ ਦੀਵੇ ਬਾਲੀ ਹਨ। ਦੀਵਾਲੀ ਦੀ ਭਾਈ ਰਾਤ ਭਾਵ ਹਨੇਰੀ ਰਾਤ ਵਿੱਚ, ਅਗਿਆਨਤਾ ਦੀ ਰਾਤ ਵਿੱਚ ਅਸੀਂ ਆਪਣੇ ਅੰਦਰ ਦੀਵਾ ਬਾਲੀਏ, ਤਾਂ ਸਾਡਾ ਜਿਹੜਾ ਸਮਾਜ ਆ ਇਹ ਸੋਹਣਾ ਬਣ ਸਕਦਾ ਹੈ। ਸ਼ਾਇਦ ਉਹ ਦੀਵਾ ਤਾਂ ਸਾਡੇ ਅੰਦਰ ਬਲਿਆ ਨਹੀਂ ਹੈ। ਕਿਉਂ? ਪਹਿਲਾਂ ਸੁਬਾਹ ਸੁਬਾਹ ਬੰਦਾ ਮਟੀਆਂ 'ਤੇ ਜਾਂਦਾ ਵੀ ਚੱਲ ਗੇੜਾ ਜਿਹਾ ਕੱਢੀ ਆਈਏ, ਫਿਰ ਉਦੋਂ ਬਾਅਦ ਆਪਣੀ ਰੀਤ ਮੁਤਾਬਕ ਮੰਦਰ 'ਚ ਵੀ ਜਾ ਵੜਦਾ, ਮਸੀਤ 'ਚ ਵੀ ਜਾ ਵੜਦਾ। ਅਸੀਂ ਸਿੱਖਾਂ ਨਾਲ ਸੰਬੰਧਿਤ ਹਾਂ, ਪਰਿਵਾਰਾਂ ਨਾਲ, ਅਸੀਂ ਉਦੋਂ ਬਾਅਦ ਗੁਰਦੁਆਰੇ ਆ ਗਏ। ਇਹੀ ਗੱਲ ਆ ਨਾ। ਫਿਰ ਸ਼ਾਮ ਨੂੰ ਚੱਲ ਗੁਰਦੁਆਰੇ ਕਹਿੰਦੇ ਮੱਥਾ ਬਾਅਦ 'ਚ ਟੇਕ ਕੇ ਆਵਾਂਗੇ ਜਾਂ ਦੀਵਾ ਬਾਅਦ 'ਚ ਲਾ ਕੇ ਆਵਾਂ, ਪਹਿਲਾਂ ਕਬਰਾਂ 'ਤੇ ਵੀ ਲਾਇਓ, ਮੜੀਆਂ 'ਤੇ ਵੀ ਲਾਇਓ, ਫਲਾਣੇ ਥਾਂ ਵੀ ਲਾਇਓ। ਮਤਲਬ ਸਾਡੇ ਅੰਦਰ ਜੇ ਗਿਆਨਤਾ ਦਾ ਦੀਵਾ, ਵਾਹਿਗੁਰੂ ਗਿਆਨ ਦਾ ਦੀਵਾ ਬਲਿਆ ਨਹੀਂ ਹੈ। ਇਹ ਸਿੱਧ ਹੁੰਦਾ ਨਾ। ਇਹ ਇੱਦਾਂ ਮਤਲਬ ਗੁਰੂ ਸਾਹਿਬ ਜੀ ਕਹਿੰਦੇ ਭਾਈ ਤੂੰ ਸੋਚ ਵੀ ਤੇਰਾ ਸਮਾਜ ਕਿੱਥੇ ਖੜਾ ਗਾ। ਮਤਲਬ ਆਪਾਂ ਨੂੰ ਸਾਰਿਆਂ ਨੂੰ ਇਹ ਗੱਲ ਬਾਰੇ ਗੁਰੂ ਸਾਹਿਬ ਨੇ ਕਹਿ ਦਿੱਤਾ। ਸੋ ਮਰਜ਼ੀ ਆਪਣੀ ਆ, ਆਪਾਂ ਗੁਰੂ ਦੇ ਗਿਆਨ ਦਾ ਦੀਵਾ ਅੰਦਰ ਬਾਲਣਾ ਹੈ ਜਾਂ ਨਹੀਂ ਬਾਲਣਾ। ਇੱਥੋਂ ਤੱਕ ਵਿਚਾਰ ਸਮਾਪਤ ਹੈ। ਭਾਈ ਗੁਰਦਾਸ ਜੀ ਦੀ ਪਾਵਨ ਤੁਕ ਦੇ ਆਪਾਂ ਅਰਥ ਇਉਂ ਕੀਤੇ ਨੇ। ਗੁਰੂ ਭਲਾ ਕਰੇ ਉਹ ਸਾਡੇ ਅੰਦਰ ਵਸ ਜਾਵੇ। ਦੀਵਾਲੀ ਹਨੇਰੀ ਰਾਤ, ਹਨੇਰੀ ਰਾਤ ਵਿੱਚ ਗਿਆਨ ਦਾ ਦੀਵਾ ਤੇ ਸਤਿਗੁਰਬੰਦੀ ਛੋੜ ਹੈ। ਫਿਰ ਅੱਗੇ ਕੀ ਲਿਖਿਆ ਹੈਗਾ? ਜੀਵਨ ਮੁਕਤ ਕਰੇ ਓਡੀਨਾ। ਮੇਰਾ ਗੁਰੂ ਤਾਂ ਬੰਦੀ ਛੋੜ ਆ, ਉਹ ਸਾਰਿਆਂ ਦੇ ਬੰਧਨ ਕੱਟ ਦਿੰਦਾ। ਇਹ ਨਹੀਂ ਹੈ ਇਕੱਲੇ ਰਾਜਿਆਂ ਨੂੰ ਬਾਹਰ ਕੱਢਣ ਵਾਲਾ, ਇਕੱਲੇ ਇਮਨਾਬਾਦ ਦੇ ਲੋਕਾਂ ਨੂੰ ਬਾਬਰ ਦੀ ਕੈਦ 'ਚੋਂ ਕੱਢਣ ਵਾਲਾ ਨਾ, ਉਹ ਤਾਂ ਸਾਨੂੰ ਵੀ ਭਾਈ ਬੰਧਨਾਂ ਤੋਂ ਮੁਕਤ ਕਰ ਦਿੰਦਾ। ਜੇ ਆਪਾਂ ਬੰਧਨਾਂ ਤੋਂ ਮੁਕਤ ਹੋਣਾ ਚਾਹੀਏ ਤਾਂ, ਸਾਡਾ ਜੀਅ ਕਰੇ ਤਾਂ, ਜੇ ਸਾਡਾ ਜੀਅ ਨਹੀਂ ਕਰਦਾ ਫਿਰ ਨਹੀਂ ਹੈ। ਸੋ ਇੱਥੋਂ ਤੱਕ ਵਿਚਾਰ ਸਮਾਪਤ ਆ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ